ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਔਰ ਸਰਦਾਰ ਜਗਤਾਰ ਸਿੰਘ ਜੀ। ਮੈਂ ਜੀ ਆਇਆਂ ਆਖਦਾ ਜੀ। ਥੈਂਕ ਯੂ, ਸ਼ੁਕਰੀਆ ਜੀ। ਕੀ ਪੰਜਾਬ ਇੱਕ ਵਾਰੀ ਫਿਰ ਟਕਰਾ ਦੀਆਂ ਬਰੂਹਾਂ ਤੇ ਖੜਾ ਹੈ? ਕਿਸਾਨ ਜਥੇਬੰਦੀਆਂ ਜਿਸ ਤਰੀਕੇ ਨਾਲ ਹੁੰਮ-ਹਮਾ ਕੇ 16 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਲੋਕ ਹੁੰਮ-ਹਮਾ ਕੇ ਪੂਰੇ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਵੱਲ ਵਹੀਰਾਂ ਘੱਤ ਰਹੇ ਸੀਗੇ, ਗਵਰਨਮੈਂਟ ਨੇ ਇਹਤਿਆਤਨ ਬਹੁਤ ਸਾਰੇ ਲੀਡਰਾਂ ਨੂੰ ਡਿਟੇਨ ਕੀਤਾ, ਘਰਾਂ ਦੇ ਵਿੱਚ ਨਜ਼ਰਬੰਦ ਕੀਤਾ, ਪੰਧੇਰ ਨੂੰ ਚੱਕ ਕੇ ਅਣਦੱਸੀ ਥਾਂ ਤੇ ਲਿਜਾਇਆ ਗਿਆ ਤੇ ਸੰਗਰੂਰ ਵੱਲ ਬਰਨਾਲੇ ਲੌਂਗੋਵਾਲ ਦੇ ਵਿੱਚ ਇੱਕ ਟਕਰਾਅ ਵੀ ਹੁੰਦਾ। ਇੱਕ ਮੰਡੇਰ ਪਿੰਡ ਦੇ ਕਿਸਾਨ ਦੀ ਮੌਤ ਦੀ ਖਬਰ ਆ ਰਹੀ ਹੈ, ਉੱਥੇ ਧਰਨਾ ਲੱਗ ਜਾਂਦਾ, ਕਈ ਟੋਲ ਪਲਾਜ਼ੇ ਇੱਕ ਵਾਰੀ ਫਿਰ ਰੋਕਤੇ ਜਾਂਦੇ ਆ। ਇਹ ਮਾਮਲਾ ਚੰਡੀਗੜ੍ਹ ਦੇ ਵਿੱਚ ਕੱਲ 22 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੇ ਨਜ਼ਰੀਏ ਤੋਂ, ਰੈਲੀ ਦੇ ਨਜ਼ਰੀਏ ਤੋਂ ਸੀ। ਲੰਘੇ ਦਿਨ ਗਵਰਨਰ ਪੰਜਾਬ ਨਾਲ, ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ। ਉਸ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਵੀ ਇੱਕ ਮੀਟਿੰਗ ਹੋਈ ਸੀਗੀ। ਆਖਰ ਇਹ ਅਨਰੈਸਟ, ਇਹ ਬੇਚੈਨੀਆਂ ਕਿਹੜਾ ਰਾਹ ਅਖਤਿਆਰ ਕਰਨਗੀਆਂ? ਪੰਜਾਬ ਅਜੇ ਵੀ ਉੱਬਲ ਰਿਹਾ ਔਰ ਇਸ ਨਜ਼ਰੀਏ ਤੋਂ ਸਰਕਾਰ ਉਦਾਸੀਨ ਲੱਗਦੀ ਹੈ। ਸਰਕਾਰ ਅਕਹਿਰੇ ਰੂਪ 'ਚ ਚੱਲਦੀ ਵੀ ਨਜ਼ਰ ਆਉਂਦੀ ਹੈ। ਮੁੱਖ ਰੂਪ 'ਚ ਇੱਕ ਹੀ ਚਿਹਰਾ ਭਗਵੰਤ ਮਾਨ ਹਰ ਸਮੇਂ ਹਰ ਜਗ੍ਹਾ, ਬਾਕੀ ਪੂਰੀ ਵਜ਼ਾਰਤ ਆਪਣਾ ਔਰਾ ਬਣਾ ਨਹੀਂ ਸਕੀ। ਕੋਈ ਵੀ ਵਜ਼ੀਰ ਆਪਣੇ ਚਿਹਰੇ ਨੂੰ ਫੈਮਿਲੀਅਰ ਨਹੀਂ ਕਰ ਸਕਿਆ, ਲੋਕਾਂ ਦੇ ਵਿੱਚ ਪ੍ਰਭਾਵ ਨਹੀਂ ਬਣਾ ਸਕਿਆ, ਔਰ ਪਾਰਟੀ ਸੰਗਠਨ ਆਮ ਆਦਮੀ ਪਾਰਟੀ ਦਾ ਨਦਾਰਦ ਹੀ ਹੈ। ਸੋ ਇੱਕ ਤਰ੍ਹਾਂ ਨਾਲ ਅਕਹਿਰੇ ਰੂਪ ਦੇ ਵਿੱਚ ਭਗਵੰਤ ਮਾਨ ਹੀ ਇਹਨਾਂ ਸਾਰੇ ਮਾਮਲਿਆਂ ਨੂੰ ਐਡਰੈਸ ਕਰਦੇ ਨਜ਼ਰ ਆਉਂਦੇ ਆ। ਪ੍ਰਸ਼ਾਸਨ, ਅਫਸਰਸ਼ਾਹੀ, ਬਿਊਰੋਕ੍ਰੇਸੀ ਜਿਹੜੇ ਵੱਖ-ਵੱਖ ਪੱਧਰਾਂ ਤੇ ਮਾਮਲੇ ਨਜਿੱਠਦੀ ਰਹਿੰਦੀ ਆ, ਉਹ ਵੀ ਕੋਈ ਬਹੁਤ ਕਾਰਜਸ਼ੀਲ ਨਜ਼ਰ ਨਹੀਂ ਆਉਂਦੀ ਔਰ ਇਹ ਟਕਰਾਅ ਵਧਣ ਦੀ ਸੰਭਾਵਨਾ ਹੋ ਸਕਦੀ ਹੁੰਦੀ ਆ, ਕਿਉਂਕਿ ਅਸੀਂ ਦਿੱਲੀ ਦੇ ਵਿੱਚ ਦੇਖ ਚੁੱਕੇ ਹਾਂ। ਔਰ ਜਦੋਂ ਥੱਲੇ ਦੇ ਪੱਧਰ ਦੇ ਉੱਤੇ ਲੋਕ ਬੇਚੈਨ ਹੋਣ ਤਾਂ ਫਿਰ ਬਹੁਤ ਵੱਡੀ ਲਹਿਰ ਦੇ ਰੂਪ ਵਿੱਚ ਵੀ ਇਹ ਚੀਜ਼ਾਂ ਅਚਨਚੇਤ ਹੀ ਉੱਭਰ ਆਉਂਦੀਆਂ ਹੁੰਦੀਆਂ। 24 ਬਰੂਹਾਂ ਤੇ ਆ, ਮੁਸ਼ਕਲ ਹੋ ਸਕਦੀ ਆ। ਇਹ ਮੰਨਿਆ ਜਾ ਰਿਹਾ ਕਿ ਸੱਤਾਧਾਰੀਆਂ ਦੇ ਅੰਦਰ ਕਾਫੀ ਇੱਕ ਬੇਚੈਨੀ ਪਾਈ ਜਾ ਰਹੀ ਹੈ। ਔਰ ਜੇਕਰ ਅਸੀਂ ਇਸ ਮਾਮਲੇ ਨੂੰ ਅੱਗੇ ਵਧਾਉਂਦੇ ਆ ਤਾਂ ਇਹ ਵੀ ਕਿ ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਜਿਹੜੀ ਟਸਲ ਚੱਲ ਰਹੀ ਹੈ, ਠੰਡੀ ਜੰਗ, ਕਦੇ ਗਰਮ ਹੋ ਜਾਂਦੀ ਕਦੇ ਠੰਡੀ, ਕਿ ਇੱਥੋਂ ਵੀ ਇੱਕ ਪੋਲਿਟਿਕਸ ਨਿਕਲਦੀ ਹੈ ਔਰ ਕੇਂਦਰ ਵੀ ਇਹਦੇ ਵਿੱਚ ਕਿਸੇ ਰੂਪ ਦੇ ਵਿੱਚ ਸ਼ਾਮਲ ਹੈ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਗੇ ਵਧਾਉਂਦੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਕਿਸਾਨ ਅੰਦੋਲਨ ਨੂੰ ਲੋਕਾਂ ਨੇ ਨੇੜਿਓਂ ਦੇਖਿਆ, ਇਹਦੀ ਤਾਕਤ ਨੂੰ ਨਿਹਾਰਿਆ, ਇਹਦਾ ਸਮਰਥਨ ਕੀਤਾ ਹੈ। ਦਿੱਲੀ ਦੇ ਵਿੱਚ ਬਹੁਤ ਵੱਡਾ ਅੰਦੋਲਨ ਹੋਇਆ, ਸ਼ਾਇਦ ਦੁਨੀਆ ਦੇ ਬਹੁਤ ਵੱਡੇ ਅੰਦੋਲਨਾਂ 'ਚ ਇਹਦਾ ਸ਼ੁਮਾਰ ਹੋਊਗਾ ਜਦੋਂ ਕਿਤੇ ਹਿਸਟਰੀ ਲਿਖੀ ਜਾਊਗੀ। ਪਰ ਪੰਜਾਬ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋ ਸਕਿਆ। ਇਹ ਜਿਹੜਾ ਨਵਾਂ ਉਲੀਕਿਆ ਗਿਆ ਪ੍ਰੋਗਰਾਮ ਹੈ, ਮੈਨੂੰ ਲੱਗਦਾ ਇਹਨੇ ਸਰਕਾਰ ਦੀਆਂ ਚੂੜਾਂ ਹਿਲਾਤੀਆਂ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ, ਇਹ ਟਕਰਾਅ ਵੱਡੇ ਹੋ ਸਕਦੇ ਆ, ਇਹਨਾਂ ਨੂੰ ਕੀ ਸਮੇਂ ਸਿਰ ਨਜਿੱਠਿਆ ਨਹੀਂ ਗਿਆ ਜਾਂ ਨਜਿੱਠਿਆ ਨਹੀਂ ਜਾ ਰਿਹਾ? ਹੁਣ ਤੱਕ ਜਿਸ ਤਰੀਕੇ ਨਾਲ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ, ਰੋਕਿਆ ਜਾ ਰਿਹਾ ਔਰ ਰਿਐਕਸ਼ਨ ਦੇ ਵਿੱਚ ਕਾਫੀ ਗਰਮ ਖਬਰਾਂ ਆ ਰਹੀਆਂ ਨੇ, ਸੋ ਇਹ ਕਿਸੇ ਵੇਲੇ ਵੀ ਸਰਕਾਰ ਲਈ ਵੱਡੀ ਮੁਸ਼ਕਲ ਦੇ ਵਿੱਚ ਤਬਦੀਲ ਹੁੰਦਾ ਨਜ਼ਰ ਆ ਸਕਦਾ। ਆਪਾਂ ਪਿਛਲੇ ਸਮੇਂ 'ਚ ਦੇਖਿਆ ਹੀ ਹੈ ਕਿ ਕਈ ਥਾਵਾਂ ਤੇ ਮੁੜ ਕੇ ਸੰਭਲ ਹੀ ਨਹੀਂ ਹੁੰਦੇ ਮਾਮਲੇ ਜੀ। ਬਿਲਕੁਲ, ਜਿਹੜਾ ਦਿੱਲੀ ਵਾਲਾ ਕਿਸਾਨ ਅੰਦੋਲਨ ਸੀ ਉਹਨੇ ਤਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਤੇ ਸਰਕਾਰ ਨੂੰ ਮੇਰੇ ਖਿਆਲ ਰਾਹਤ ਚੀਜ਼ ਦਿੱਤੀ ਹੋਈ ਸੀ ਇੱਕ ਟਾਈਪ ਦੀ। ਇਹ ਕਹਿੰਦੇ ਚੱਲ ਸਾਡੇ ਗਲੋਂ ਤਾਂ ਰਹੇ, ਦਿੱਲੀ ਨਾਲ ਲੜ ਰਹੇ ਨੇ, ਇਸੇ ਲਈ ਨਾ ਪਾਰਟੀਆਂ ਸਪੋਰਟ 'ਚ ਨਜ਼ਰ ਆਈਆਂ, ਨਾ ਕਿਤੇ ਉਸ ਪੱਧਰ ਦੇ ਉੱਤੇ ਉਨੀ ਐਕਟਿਵ ਸਪੋਰਟ 'ਚ, ਲਿਪ ਸਰਵਿਸ ਦੇ ਰੂਪ 'ਚ ਸਾਰੀਆਂ ਸ਼ਾਮਲ ਹੋਈਆਂ। ਮਤਲਬ ਇਹਨਾਂ ਨੂੰ ਐਸੇ ਵੀ ਚਲੋ ਦਿੱਲੀ ਵਾਲਾ, ਕਿਉਂਕਿ ਦਿੱਲੀ ਦਾ ਅੰਦੋਲਨ 4 ਮੇਜਰ ਗੱਲਾਂ ਤੇ ਸੀਗਾ। ਇੱਕ ਤਾਂ 3 ਕਾਨੂੰਨ ਵਾਪਸ ਲੈਣ ਦਾ ਸਵਾਲ ਸੀ, ਇੱਕ MSP ਦੀ ਗਰੰਟੀ ਦਾ ਸਵਾਲ ਸੀ, ਫਿਰ ਨਾਲ ਕਈ 1-2 ਗੱਲਾਂ ਹੋਰ ਜੁੜ ਗਈਆਂ, ਚਾਹੇ ਉਹ ਗੱਲਾਂ ਮਤਲਬ ਉਸ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਮੌਤਾਂ ਹੋਈਆਂ ਉਹ ਸਾਰੇ ਸਮੇਂ ਦੇ ਦੌਰਾਨ ਉਹਨਾਂ ਦੀਆਂ ਨੌਕਰੀਆਂ ਦਾ ਸਵਾਲ ਵੀ ਆਇਆ, ਜਿਹੜੇ ਮੁਕੱਦਮੇ ਦਰਜ ਹੋਏ ਉਹ ਮੁਕੱਦਮਿਆਂ ਨੂੰ ਵਾਪਸ ਕਰਨ ਦਾ ਸਵਾਲ ਵੀ ਆਇਆ, ਔਰ ਵੱਖ-ਵੱਖ ਮਾਮਲੇ ਆ ਗਏ। ਪਰ ਮੇਜਰ ਗੱਲ ਮੰਨ ਲਈ ਗਈ ਜਿੱਥੋਂ ਸਟਾਰਟ ਹੋਇਆ ਸੀ 3 ਕਾਨੂੰਨ। ਇੱਕ ਤਾਂ ਓਵਰਆਲ ਕੰਟਰੀ ਦੇ ਵਿੱਚ MSP ਦਾ ਮੁੱਦਾ ਜੇ ਉਵੇਂ ਹੀ ਖੜਾ ਹੈ ਤੇ MSP ਲਈ ਤਾਂ ਉਹ ਤਾਂ ਚੱਲ ਰਿਹਾ ਅੰਦੋਲਨ ਹੈ, ਕੰਟੀਨਿਊ ਅੰਦੋਲਨ ਉਸੇ ਰੂਪ 'ਚ ਹਮੇਸ਼ਾ ਨਹੀਂ ਚੱਲਦੇ, ਪਰ ਕੰਟੀਨਿਊ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਕੁਛ ਨਾ ਕੁਛ ਉਹਦੇ ਲਈ ਲਗਾਤਾਰ ਸੱਦੇ ਦਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਚੱਲ ਰਿਹਾ ਆਲ ਇੰਡੀਆ ਲੈਵਲ ਤੇ ਗਵਰਨਮੈਂਟ ਦੇ ਮੇਨ ਜਿਹੜਾ MSP ਜਾਂ ਆਮਦਨ ਦਾ ਜਿਹੜਾ ਕੁਐਸਚਨ ਹੈ ਉਹਨੂੰ ਲੈ ਕੇ। ਪਰ ਸੂਬਾ ਸਰਕਾਰਾਂ ਨੂੰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਇੰਨੇ ਬੰਦੇ ਜਿੱਤਣ ਦਾ ਮੇਨ ਜਿਹੜਾ ਬੁਨਿਆਦੀ ਇੱਕ ਗੱਲ ਹੈ ਉਹ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਰੋਲ ਹੈ ਉਹਦੇ 'ਚ, ਇੰਨੇ ਬੰਦੇ ਜਿੱਤਣ ਦਾ।
ਕਿਉਂਕਿ ਅਕਾਲੀ ਦਲ ਪਹਿਲਾਂ ਉਹਦੇ ਸਪੋਰਟ 'ਚ ਰਹੇ, ਕੁਝ ਪੰਥਕ ਤੌਰ ਤੇ ਖਿਸਕਿਆ ਹੋਏ ਸੀ, ਫਿਰ ਕਿਸਾਨੀ ਚੁੰਬਿੰਦਾ ਵੀ ਕੀ ਹਿੱਸਾ ਖਿਸਕ ਗਿਆ ਤੇ ਕਾਫੀ ਦੇਰ ਤੱਕ ਉਹਦੀ ਹਮਾਇਤ ਕਰਦੇ ਰਹੇ। ਜਦ ਨੂੰ ਨਾਲ ਆਏ ਤਾਂ ਲੋਕਾਂ ਨੂੰ ਲੱਗਣ ਲੱਗਿਆ ਤਾਂ ਦਬਾਅ 'ਚ ਆਏ ਨੇ ਤੇ ਕਾਂਗਰਸ ਵੀ ਆਪਸ ਦੇ ਵਿੱਚ ਫਟੀ ਨਜ਼ਰ ਆਈ। ਅਮਰਿੰਦਰ ਸਿੰਘ ਨਾਲ ਮਾੜੀ ਮੋਟੀ ਹਮਦਰਦੀ ਕਿਤੇ ਸੀਗੀ ਉਦੋਂ ਤੱਕ ਕਿ ਕਿਸਾਨੀ ਦੀ, ਤੇ ਉਹ ਆਪਸੀ ਕਲੇਸ਼ ਦੇ ਵਿੱਚ ਮਾਰੇ ਗਏ ਤੇ ਸਾਰੀਆਂ ਵੋਟਾਂ ਜਿਹੜੀਆਂ ਸੀ ਉਹ ਟੋਟਲੀ ਆਮ ਆਦਮੀ ਪਾਰਟੀ। ਹੁਣ ਆਮ ਆਦਮੀ ਪਾਰਟੀ ਨੂੰ ਲੱਗਣ ਲੱਗ ਗਿਆ ਸਾਡੇ ਤਾਂ 92 ਨੇ, ਲੋਕ ਤਾਂ ਸਾਡੇ ਨਾਲ ਨੇ 3 ਕਰੋੜ ਪੰਜਾਬ ਦੇ, ਆਪਾਂ ਕੀ ਲੈਣਾ ਕਿਸੇ ਤੋਂ। ਇਹ ਜਿਹੜੀ ਇੱਕ ਗੱਲ ਹੈ, ਇਹ ਬਹੁਤ ਖਤਰਨਾਕ ਗੱਲ ਹੁੰਦੀ ਹੈ। ਦੂਜੀ ਗੱਲ ਇਹ ਵੀ ਹੋ ਗਈ ਹੈ ਇੱਕ ਗੱਲ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਾਪਸ ਆ ਕੇ ਜਿਹੜਾ ਉਹਨਾਂ 'ਚ ਤਰੇੜਾਂ ਪਈਆਂ ਨੇ, ਉਹ ਤਰੇੜਾਂ 'ਚ ਬੇਹੱਦ ਜ਼ਿਆਦਾ ਹੋ ਗਈਆਂ ਗੱਲਾਂ। ਪਹਿਲਾਂ ਉਦੋਂ 32 ਕਿਸਾਨ ਜਥੇਬੰਦੀਆਂ 'ਚ ਆਲਮੋਸਟ ਸਾਰੀਆਂ ਜਥੇਬੰਦੀਆਂ ਸੀ ਛੋਟੀਆਂ ਬੜੀਆਂ ਜਿਹੜੀਆਂ ਉੱਥੇ ਗਈਆਂ ਸੀ। ਹੁਣ ਇਹ 60 ਨੂੰ ਕ੍ਰਾਸ ਕਰ ਗਈਆਂ ਨੇ ਜਥੇਬੰਦੀਆਂ ਜਿਹੜੀਆਂ ਇੰਨੀਆਂ ਬਣੀਆਂ ਨੇ, ਟੁੱਟ ਫੁੱਟ ਜੇ ਉਹ ਇਹਦੇ 'ਚ ਵੀ ਪਈ ਹੈ ਬੜੀ ਜ਼ਿਆਦਾ। ਇੱਕ ਤਾਂ ਇੱਧਰ ਝਾਤੀ ਮਾਰ, ਪਰ ਪੰਜਾਬ ਦੇ ਲੋਕਾਂ 'ਚ ਲੜਨ ਦਾ ਜਜ਼ਬਾ ਤੇ ਪੋਲੀਟੀਕਲ ਜਾਗਰੂਕਤਾ ਜਿਹੜੀ ਉਸ ਅੰਦੋਲਨ ਨੇ ਦਿੱਤੀ ਉਹ ਬਰਕਰਾਰ ਹੈ, ਉਹ ਬਰਕਰਾਰ ਦਿਖਾਈ ਦੇ ਰਿਹਾ ਹੈ ਵੱਖ-ਵੱਖ ਅੰਦੋਲਨਾਂ 'ਚੋਂ। ਜੀਰੇ ਦੇ ਅੰਦੋਲਨ 'ਚੋਂ 69 ਦੇ ਜਾਂ ਵੱਖ-ਵੱਖ ਟਾਈਪ ਦੇ ਜਿਹੜੇ ਅੰਦੋਲਨ ਚੱਲ ਰਹੇ ਨੇ, ਚਾਹੇ ਨਸ਼ਿਆਂ ਦੇ ਖਿਲਾਫ ਵੀ ਜੇ ਬੰਦੇ ਖੜੇ ਹੋ ਰਹੇ ਨੇ ਸਾਰੇ ਕਿਤੇ ਇਸ ਪੱਧਰ ਤੇ। ਇਹ ਜਥੇਬੰਦੀਆਂ ਆਪੋ ਆਪਣੇ ਸਰਕਲ 'ਚ ਹੁਣ ਪ੍ਰਭਾਵ ਲਈ ਲੱਗੀਆਂ ਸੀਗੀਆਂ ਤੇ ਹੁਣ ਨਵੇਂ ਰੀਅਲਾਈਜ਼ ਹੋ ਰਹੇ ਨੇ। ਮਤਲਬ ਇੱਕ ਤਾਂ ਸੰਯੁਕਤ ਕਿਸਾਨ ਮੋਰਚਾ ਹੋ ਗਿਆ, ਇੱਕ ਅਲੱਗ ਸੇ ਉਰਾਹਾ ਗਰੁੱਪ ਪਹਿਲਾਂ ਤੋਂ ਇਕੱਲਾ ਤੇ ਨਾਲ ਉਹ ਹੁਣ ਉਹਦੇ ਮਤਲਬ ਕੋਆਰਡੀਨੇਸ਼ਨ 'ਚ ਜੁੜਿਆ ਹੋਇਆ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੇ ਐਂਗਲ ਤੋਂ। ਆਲ ਇੰਡੀਆ ਦਾ ਉਹ ਮੈਂਬਰ ਹੈ ਤੇ ਪੰਜਾਬ ਦੇ ਵਿੱਚ ਉਹ ਇਕੱਲੇ ਚੱਲੇ ਸੀ ਉਸ ਮਾਮਲੇ 'ਚ। ਪਰ ਇਹਨਾਂ 'ਚੋਂ ਟੁੱਟ ਕੇ ਹੁਣ ਇੱਕ 16 ਜਥੇਬੰਦੀਆਂ ਦਾ ਨਵਾਂ ਬਣ ਗਿਆ। ਛੋਟੀਆਂ ਨੇ ਸਾਰੀਆਂ, ਜਿਹ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੇਨ ਹੈ ਜਿਹੜੀ ਮਾਝੇ, ਜਿਹਨੇ ਉੱਥੇ ਦਿੱਲੀ 'ਚ ਇਕੱਲੇ ਮੋਰਚਾ ਪਰਲੇ ਪਾਸੇ ਲਾ ਕੇ ਰੱਖਿਆ ਸੀ, ਬਾਕੀ ਸਾਰਿਆਂ ਨਾਲੋਂ ਅਲੱਗ ਇਕੱਲੇ ਤੌਰ ਦੇ ਉੱਤੇ। ਔਰ ਉਹ ਜਥੇਬੰਦੀ ਤੇ ਨਾਲ ਕੁਝ ਹੋਰ ਜਥੇਬੰਦੀਆਂ ਉਹਨਾਂ ਦੇ ਜੁੜ ਗਈਆਂ, ਜਿਵੇਂ ਜਿਹੜੀਆਂ ਟੁੱਟੀਆਂ ਨੇ ਜਥੇਬੰਦੀਆਂ ਵੱਡੀਆਂ ਜਥੇਬੰਦੀਆਂ 'ਚੋਂ, ਉਹਨਾਂ ਦਾ ਇੱਕ ਹਿੱਸਾ ਇਹਨਾਂ ਨਾਲ ਜੁੜ ਗਿਆ। ਜਿਹੜਾ ਚਾਹੇ ਉਹ ਉਗਰਾਹਾਂ ਗਰੁੱਪ 'ਚੋਂ ਟੁੱਟਿਆ, BKU ਏਕਤਾ ਆਜ਼ਾਦ ਰੱਖ ਲਿਆ ਉਹਨਾਂ ਨੇ ਨਾਮ, ਜਿਹੜੀ ਅੱਜ ਸੰਗਰੂਰ ਦੇ ਵਿੱਚ ਟੁੱਟ ਫੁੱਟ ਹੋਈ ਆ ਸਾਰਾ ਕੁਝ। ਉਹਨਾਂ 'ਚ ਵੀ ਤਰੀਕਾ ਤਾਂ ਉਹੀ ਹੈ ਜਿਹੜਾ ਉਗਰਾਹਾਂ ਗਰੁੱਪ ਦਾ ਅਗਰੈਸਿਵ ਤਰੀਕਾ ਵੀ ਹੈ। ਅੱਜ ਉਹਨਾਂ ਦੇ ਪੁਲਿਸ ਖੜੀ ਸੀ ਬਹੁਤ ਜ਼ਿਆਦਾ ਤੱਕ, ਮਤਲਬ ਟਰੈਕਟਰ ਲੰਘਾ ਤੇ ਪੂਰੀ ਤਰ੍ਹਾਂ ਵਿੱਚ ਦੀ ਚੱਕ ਕੇ, ਤੇ ਬੱਸਾਂ ਵੀ ਲੰਘੀਆਂ, ਕਾਫਲਾ ਪੂਰਾ ਵੱਡਾ ਜਿਹੜਾ ਉਹਦੇ ਵਿੱਚ ਦੀ ਲੰਘਿਆ ਤੇ ਉੱਥੇ ਲਾਠੀ ਚਾਰਜ ਵੀ ਹੋਇਆ, ਉਹ ਵੀ ਟੁੱਟਿਆ, ਸੀਸੇ ਵੀ ਟੁੱਟੇ ਤੇ ਹੁਣ ਉਹ ਲੌਂਗੋਵਾਲ ਦੇ ਨੇੜੇ ਪਰਮਾਨੈਂਟ ਮੋਰਚਾ ਲਾ ਕੇ ਬੈਠੇ ਨੇ। ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੀ ਬੰਦੇ ਮੇਨ ਲੀਡਰ ਫੜੇ ਜਾ ਚੁੱਕੇ ਨੇ। ਜਿਹੜਾ ਸੁਖਵਿੰਦਰ ਸਿੰਘ ਸਭਰਾ ਪ੍ਰਧਾਨ ਹੈ ਉਹਦਾ, ਉਹ ਹਾਊਸ ਨਜ਼ਰਬੰਦ ਹੈ ਸਵੇਰੇ 5 ਵਜੇ ਤੋਂ ਲੈ ਕੇ। ਜਿਹੜਾ ਇਦੋਂ ਪਹਿਲਾਂ ਪ੍ਰਧਾਨ ਸਤਨਾਮ ਸਿੰਘ ਪੰਨੂ, ਉਹਦੇ ਵੀ 5 ਵਜੇ ਤੋਂ ਲੈ ਕੇ ਘਰ ਘੇਰਿਆ ਹੋਇਆ। ਹਾਲਾਂਕਿ ਉਹਦਾ ਆਪਰੇਸ਼ਨ ਹੋਣ ਕਰਕੇ ਉਹ ਘਰ ਬੈੱਡ ਰੈਸਟ ਤੇ ਹੈ, ਅਜੇ 5 ਦਿਨ ਪਹਿਲਾਂ ਆਪਰੇਸ਼ਨ ਹੋਇਆ ਪਿੱਤੇ ਦਾ। ਤੇ ਇਸੇ ਤਰ੍ਹਾਂ ਤੀਜਾ ਲੀਡਰ ਜਿਹੜਾ ਮੇਨ ਚਰਚਾ 'ਚ ਜ਼ਿਆਦਾ ਰਹਿੰਦਾ ਉਹ ਸਰਵਰ ਸਿੰਘ ਪੰਧੇਰ ਹੈ। ਪੰਧੇਰ ਵੀ ਫੜਿਆ ਜਾ ਚੁੱਕਿਆ ਹੈ। ਇੱਕ ਹੋਰ ਆਰਗੇਨਾਈਜੇਸ਼ਨਲ ਸੈਕਟਰੀ ਹੈ। ਵੱਡੇ ਲੀਡਰ ਫੜੇ ਜਾ ਚੁੱਕੇ ਨੇ ਜਾਂ ਘਰ 'ਚ ਨਜ਼ਰਬੰਦ ਨੇ। ਇਹਦੇ ਬਾਵਜੂਦ 9 ਥਾਵਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਟੋਲ ਪਲਾਜ਼ੇ ਰੋਕੇ ਹੋਏ ਨੇ ਇਸ ਸਮੇਂ। ਪਠਾਨਕੋਟ ਦੇ ਵਿੱਚ, ਫਿਰੋਜ਼ਪੁਰ ਦੇ ਵਿੱਚ, ਕਪੂਰਥਲੇ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ, ਤੇ ਇੱਕ ਲੁਧਿਆਣੇ ਦੇ ਵਿੱਚ। ਹੁਸ਼ਿਆਰਪੁਰ ਖਾਲੀ ਕਰਾ ਲਿਆ, ਹੁਸ਼ਿਆਰਪੁਰ ਤੋਂ ਵੀ ਫੜ ਲਏ ਬੰਦੇ ਜਿਹੜੇ ਟੋਲ ਪਲਾਜ਼ੇ ਤੇ ਬੈਠੇ ਸੀਗੇ ਕਾਫੀ ਜ਼ਿਆਦਾ ਫੜੋ ਫੜਾਈ। ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਇਹ ਨੇਚਰ ਕੀ ਹੈ? ਕੀ ਤੁਸੀਂ ਇਹ ਸੱਦਾ ਦੇ ਰਹੇ ਹੋ ਲਗਾਤਾਰ ਆਪ ਸੜਕਾਂ ਰੁਕਾਉਣ ਦਾ? ਜੇ ਕੋਈ ਡੈਮੋਕ੍ਰੈਟਿਕ ਵੇ ਨਾਲ ਇੱਥੇ ਆ ਕੇ ਬੈਠਣਾ ਚਾਹੁੰਦਾ ਪਰਮਾਨੈਂਟ ਮੋਰਚਾ, ਇਹ ਪਹਿਲਾ ਐਲਾਨ ਸੀ ਜਿੱਥੇ ਪੱਕਾ ਮੋਰਚਾ ਅਨਲਿਮਟਿਡ ਲਾਉਣ ਲਈ ਆ ਰਹੇ ਸੀ। ਉਹ ਜਿਵੇਂ ਦਿੱਲੀ ਵਾਲਾ ਮੋਰਚਾ ਸੀ, ਟਰਾਲੀਆਂ 'ਚ ਸਮਾਨ ਲੈ ਕੇ, ਸਾਰਾ ਸੈਟਅਪ ਲੈ ਕੇ, ਇਸੇ ਕਰਕੇ ਪਹਿਲਾਂ ਚੱਲੇ ਸੀ ਕੁਝ ਬੰਦੇ ਇਸੇ ਤਰੀਕੇ ਨਾਲ, ਉਹ ਚੀਜ਼ਾਂ 'ਚ ਖੁਰਾਕ ਖਰੂਕ ਸਾਰਾ ਕੁਝ ਲੈ ਕੇ। ਜੇ ਪੀਸਫੁਲੀ ਉਹ ਬੈਠ ਜਾਣਗੇ ਕਿਤੇ ਵੀ ਆ ਕੇ ਪਰਮਾਨੈਂਟਲੀ, ਕੋਈ ਹਿੰਸਾ ਨਹੀਂ ਕਰਦੇ, ਆਪਣੀ ਗੱਲ ਕਹਿਣ ਆ ਰਹੇ ਨੇ, ਤੁਸੀਂ ਉਹ ਨਹੀਂ ਸੁਣਦੇ, ਤਾਂ ਕੀ ਭਗਵੰਤ ਮਾਨ ਸਰਕਾਰ ਇਹ ਰਾਈਟ ਨਹੀਂ ਦਿੰਦੀ? ਇਹਨੂੰ ਤਾਂ ਫਿਰ ਉਹ ਕਹਿੰਦੇ ਨੇ ਮੋਦੀ ਸਰਕਾਰ ਨੇ ਇੱਥੇ ਬੈਠੇ ਰਹੇ ਆ ਜੀ, ਉਹ ਵੀ ਸਾਨੂੰ ਇਹ ਰਾਈਟ ਨਹੀਂ ਸੀ ਦਿੰਦੀ, ਅਸੀਂ ਇਕੱਠੇ ਹੋ ਕੇ ਗਏ ਆਪਣੇ ਦਮ ਤੇ ਬੈਠੇ, ਤੁਸੀਂ ਵੀ ਇਹ ਰਾਈਟ ਨਹੀਂ ਦਿੰਦੇ ਹੋ। ਤੁਸੀਂ ਕਹਿੰਦੇ ਹੋ ਅਸੀਂ ਅੰਦੋਲਨ 'ਚੋਂ ਨਿਕਲੀ ਪਾਰਟੀਆਂ, ਤੁਸੀਂ ਵੀ ਤਾਂ ਰਾਮਲੀਲਾ ਗਰਾਊਂਡ 'ਚ ਬੈਠੇ ਰਹੇ, ਕਦੇ ਜੰਤਰ ਮੰਤਰ ਤੇ ਬੈਠੇ ਰਹੇ, ਜੀ 'ਚੋਂ ਨਿਕਲੀ ਪਾਰਟੀ ਹੋ। ਤੇ ਦੂਜਾ ਜੇ ਪੀਸਫੁਲ ਅੰਦੋਲਨ, ਹਾਂ ਕੋਈ ਹਿੰਸਾ ਕਰਦਾ, ਕੋਈ ਬਾਕੀ ਚੀਜ਼ਾਂ ਕਰਦਾ, ਫਿਰ ਠੀਕ ਹੈ, ਪੁਲਿਸ ਦਾ ਤੁਸੀਂ ਮਤਲਬ ਨਾਲ ਕਰ ਸਕਦੇ ਹੋ ਇਸਤੇਮਾਲ ਜਾਂ ਵਰਤੋਂ ਜਦੋਂ ਵੀ ਕਰਦੇ ਹੋ। ਅਜੇ ਤੱਕ ਤਾਂ ਕੁਝ ਵੀ ਨਹੀਂ ਹੈ, ਕਿਸਾਨਾਂ ਦੇ ਤਰਫ ਤੋਂ ਕੋਈ ਹਿੰਸਕ ਕਾਰਵਾਈ, ਕੋਈ ਗੱਲਬਾਤ ਕੋਈ ਨਹੀਂ ਹੋਈ। ਤਾਂ ਇੰਨੀ ਬੇਚੈਨੀ ਕਿਉਂ ਹੈ, ਇੰਨੀ ਫੜੋਫੜੀ ਕਿਉਂ ਹੈ? ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ
ਪਿਛਲੇ ਸਵਾ ਸਾਲ ਤੋਂ ਬਿਲਕੁਲ ਬਿਨਾਂ ਚੈਲੰਜ ਵਿਚਰ ਰਹੇ ਨੇ ਪੰਜਾਬ ਦੇ ਵਿੱਚ, ਪੋਲੀਟੀਕਲ ਚੈਲੰਜ ਤੋਂ ਬਿਨਾਂ। ਪੋਲੀਟੀਕਲ ਕੇਵਲ ਜਿਹੜੇ ਆਪੋਜੀਸ਼ਨਾਂ ਨੇ ਉਹ ਗਵਰਨਰ ਨੂੰ ਮੈਮੋਰੰਡਮ ਦੇਣਾ ਜਾਂ ਪ੍ਰੈਸ 'ਚ ਬਿਆਨ ਦੇਣਾ ਜਾਂ ਟੀਵੀ ਤੇ ਕੋਈ ਗੱਲ ਕਰ ਦੇਣੀ। ਸੜਕਾਂ ਖਾਲੀ ਛੱਡੀਆਂ ਹੋਈਆਂ ਨੇ ਉਹਨੇ ਪੋਲੀਟੀਕਲੀ ਪੂਰੀ ਤਰ੍ਹਾਂ ਹੀ, ਤੇ ਕੋਈ ਚੈਲੰਜ ਨਹੀਂ। ਭਗਵੰਤ ਮਾਨ ਪੂਰੇ ਵਿਅੰਗਾਤਮਕ ਭਾਸ਼ਾ 'ਚ ਜਿਹਦੇ ਮਰਜ਼ੀ ਜੋ ਬੋਲਦੇ ਨੇ, ਕੋਈ ਚੁਣੌਤੀ ਨਹੀਂ ਹੈ ਪੋਲੀਟੀਕਲ ਤੌਰ ਦੇ ਉੱਤੇ। ਇਹਦੇ ਇਹੀ ਚੁਣੌਤੀ ਨਰਿੰਦਰ ਮੋਦੀ ਨੂੰ ਲੱਗਦੀ ਸੀ ਕਿ ਕੋਈ ਚੁਣੌਤੀ ਨਹੀਂ ਸੀ ਪੋਲੀਟੀਕਲ ਤੌਰ ਦੇ ਉੱਤੇ, ਕਿਉਂਕਿ ਕੋਈ ਜਦੋਜਹਿਦ ਨਹੀਂ ਸੀਗੀ। ਕਿਸਾਨ ਅੰਦੋਲਨ ਪਹਿਲੀ ਚੁਣੌਤੀ ਬਣਿਆ ਸੀ ਐਜ ਏ ਮਾਸ ਮੂਵਮੈਂਟ ਦੇ ਤੌਰ ਤੇ ਐਡੀ ਵੱਡੀ। ਉਦੋਂ ਪਹਿਲਾਂ ਇੱਕ ਚੁਣੌਤੀ ਬਣਿਆ ਸੀ ਜਿਹੜਾ ਮੋਰਚਾ ਸੀ ਮੁਸਲਿਮ ਔਰਤਾਂ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਲੱਗਿਆ, ਜਿਹੜਾ ਕਰੋਨਾ ਕਰਕੇ ਉਠਾ ਦਿੱਤਾ ਗਿਆ ਸੀ ਉਸ ਸਮੇਂ। ਔਰ ਸ਼ਾਹੀਨ ਬਾਗ ਦੇ ਮੋਰਚੇ ਦੇ ਨਾਲ ਜਿਹੜਾ ਮਸ਼ਹੂਰ ਹੋਇਆ ਡੈਮੋਕ੍ਰੇਸੀ ਦੇ ਵਿੱਚ, ਜਿਹਨੂੰ ਦੁਨੀਆ ਪੱਧਰ ਤੇ ਰਿਕਾਰਡ ਕੀਤਾ ਜਾਂਦਾ ਹੈ ਅੱਜ ਵੀ ਮੋਰਚਿਆਂ ਦੇ ਵਿੱਚ, ਇੰਨਾ ਪੀਸਫੁਲ ਇਸ ਸਮੇਂ ਦੂਜਾ ਕਿਸਾਨ ਅੰਦੋਲਨ ਸੀ। ਤੇ ਹੁਣ ਸਾਡੇ ਸਾਹਮਣੇ ਇਹ ਹੁਣ ਇੰਨਾ ਅਗਰੈਸਿਵ ਸਰਕਾਰ ਕਿਉਂ ਹੋਗੀ? ਕਿਉਂਕਿ ਇਹਦਾ ਮਤਲਬ ਇਹ ਹੋਗਾ ਭਗਵੰਤ ਮਾਨ ਨੂੰ ਇਹ ਪਤਾ ਕਿ ਕੇਵਲ ਬੰਦੀ ਸਿੰਘਾਂ ਵਰਗਾ ਮੋਰਚਾ ਓਡਾ ਕਿ ਨਹੀਂ ਹੋਏਗਾ ਜਿਹੜੇ ਨੂੰ ਸਪੋਰਟ ਉਸ ਪੱਧਰ ਦੀ ਨਹੀਂ ਮਿਲੀ, ਤੇ ਇਹ ਮੋਰਚਾ ਕਿੱਡਾ ਵੱਡਾ ਹੋ ਸਕਦਾ, ਕਿਉਂਕਿ ਲੋਕਾਂ ਦੀਆਂ ਜਿਹੜੀਆਂ ਇਮੀਡੀਏਟ ਡਿਮਾਂਡਸ ਨੇ, ਇਹਦੇ ਤੋਂ ਇਹ ਵੀ ਗੱਲ ਨਜ਼ਰ ਆਉਂਦੀ ਹੈ। ਜਿੱਥੇ ਚੀਫ ਮਿਨਿਸਟਰ ਡੇਲੀ ਕਹਿੰਦੇ ਨੇ ਲੋਕਾਂ 'ਚ, ਮੈਂ ਮੁਰਗੀ ਦਾ ਵੀ ਦਊਂਗਾ, ਮੈਂ ਬੱਕਰੀ ਦਾ ਵੀ ਦਊਂਗਾ, ਮੈਂ ਫਲਾਨੀ ਤੱਕ ਕਿਸ਼ਤੀ ਚੜ ਕੇ ਬੰਦਾ ਬਚਾ ਲਿਆਂਦਾ, ਤੇ ਇਹ ਲੋਕ ਮੰਗਦੇ ਨੇ ਭਾਈ ਭੱਜੀ ਅਜੇ ਤੱਕ ਨਹੀਂ ਆਈ, ਦੇ ਕੇ ਤਾਂ ਜਾਓ, ਤੁਸੀਂ ਕਿੱਥੇ ਨੇ ਪੈਸੇ? ਡਿਜ਼ਾਸਟਰ ਰਿਸਪੌਂਸ ਮੈਨੇਜਮੈਂਟ ਫੰਡ ਦਾ ਪੈਸਾ ਕਿੱਥੇ ਹੈ? ਬੰਦੇ ਮਰ ਗਏ, ਉਹਨਾਂ ਨੂੰ ਪੈਸਾ ਨਹੀਂ ਦਿੱਤਾ, ਪਸ਼ੂ ਮਰ ਗਏ, ਘਰ ਢਹਿ ਗਏ। ਇਹਦੀ ਤਾਂ ਗਰਦੌਰੀ ਦੀ ਵੀ ਲੋੜ ਨਹੀਂ, ਇਹ ਤਾਂ ਲਿਖ ਕੇ ਲੋਕਾਂ ਨੂੰ ਦੇਣਾ, ਵਿਦਨੇ ਵੀਕ ਦੇਣਾ ਹੁੰਦਾ। ਬਾਕੀ ਠੀਕ ਹੈ ਕਿ ਜਿੱਥੇ ਪਾੜੀਆਂ ਫਸਲਾਂ ਦੀ ਗਰਦੌਰੀ ਦੀ ਲੋੜ ਹੈ ਉੱਥੇ ਬਾਅਦ ਚ ਦੇ ਦਿਓ ਚਾਹੇ ਉਸ ਤੋਂ ਬਾਅਦ, ਪਰ ਜਿਹੜੇ ਤੁਰੰਤ ਰਾਹਤ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਣੀਆਂ ਨੇ ਉਹ ਕਿੱਥੇ ਨੇ? ਬੇਸਿਕ ਮੰਗਾਂ ਇਹਦੇ ਤੇ ਆ ਰਹੇ ਨੇ ਉਹ, ਤੇ ਇਹਦੇ ਤੇ ਜਵਾਬ ਫਿਰ ਕੋਈ ਨਹੀਂ। ਜਵਾਬ ਕਾਊਂਟਰ ਹੁੰਦਾ ਜਿਹੜਾ ਤੁਸੀਂ ਓਵਰਆਲ ਮੀਡੀਆ ਦੇ ਥਰੂ ਆਪਣਾ ਇੱਕ ਅਕਸ ਬਣਾਇਆ ਹੈ, ਉਹ ਡੈਮੇਜ ਹੁੰਦਾ ਇਸ ਮਾਮਲੇ ਦੇ ਵਿੱਚ। ਤਾਂ ਉਹਦੇ ਤੋਂ ਇੱਕ ਅਗਰੈਸ਼ਨ ਲੱਗਦਾ ਵੀ ਇਕੱਠੇ ਹੀ ਨਾ ਹੋਣ ਦਿਓ। ਮੈਨੂੰ ਲੱਗਦਾ ਅੱਜ ਕਿਸਾਨ ਮੂਵਮੈਂਟ ਐਡੀ ਛੋਟੀ ਨਹੀਂ ਹੈ ਕਿ ਇਕੱਠੇ ਹੀ ਨਾ ਹੋਣ ਦਿਓ, ਇੱਕ ਵਾਰ ਕਰ ਲੋਗੇ, ਦੋ ਵਾਰ। ਜੇ ਤੁਸੀਂ 10 ਸੜਕਾਂ ਰਖਵਾ ਲਈਆਂ ਤਾਂ ਚੰਡੀਗੜ੍ਹ 'ਚ ਬਿਨਾਂ ਸੜਕ ਰਖਵਾਏ ਬੈਠੇ ਹੁੰਦੇ ਤਾਂ ਇਹਦੀ ਤਾਂ 10 ਦਾ ਰੌਲਾ ਜ਼ਿਆਦਾ ਪਊਗਾ ਜਾਂ ਇਸ ਮਾਮਲੇ ਦਾ ਜ਼ਿਆਦਾ ਪਊਗਾ? ਉਹ ਸਾਰੀ ਗੱਲ ਵੀ ਦੇਖਣ ਵਾਲਾ ਸਵਾਲ ਹੁੰਦਾ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ, ਸ਼ਾਇਦ ਇਹ ਥੋੜਾ ਜਿਹਾ ਅਗਰੈਸਿਵ, ਇਹਦੇ 'ਚ ਇੱਕ ਗੱਲ ਇਹ ਦੇਖਣ ਵਾਲੀ ਹੈ ਕਿ ਇਹ ਜਿਹੜੀ ਜਥੇਬੰਦੀ ਅਗਵਾਈ ਕਰ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੇਸਿਕਲੀ ਇਹ ਜ਼ਿਆਦਾ ਅਗਰੈਸਿਵ ਗਰੁੱਪ ਹੈ ਕੰਪੈਰੇਟਿਵਲੀ ਜੇ ਅੰਦੋਲਨਾਂ 'ਚ ਆਪਾਂ ਦੇਖੀਏ ਕਿਸੇ ਵੀ ਗਰੁੱਪ ਨਾਲੋਂ। ਬਿਜਲੀ ਦੇ ਬਿਨਾਂ ਦਾ ਜਿਹੜਾ ਸਵਾਲ ਸੀ ਪੰਜਾਬ ਦੇ ਵਿੱਚ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਲਾਗੂ ਕੀਤੇ ਸੀ ਇੱਕ ਵਾਰ, ਹਰ ਜਥੇਬੰਦੀ ਨੇ ਮੰਨ ਗਏ ਸੀ, ਹਰ ਇੱਕ ਨੇ ਭਰਤਾ ਸੀ ਸਮੇਤ ਮਾਲਵੇ। ਕੇਵਲ ਤੇ ਕੇਵਲ ਇਹ ਜਥੇਬੰਦੀ ਸੀ ਜਿਹੜੀ ਲਾਸਟ ਤੱਕ ਨਹੀਂ ਮੰਨੀ, ਤੇ ਲਾਸਟ ਤੱਕ ਕੰਟੀਨਿਊ ਅੰਦੋਲਨ 'ਚ ਇਹ ਪੈਦਾ ਹੋਈ, ਤੇ ਉਦੋਂ ਉਹਨਾਂ ਦੇ ਲੀਕ ਮਾਰਨੀ ਪਈ ਸੀ ਸਰਕਾਰ ਨੂੰ ਕਿ ਨਹੀਂ ਠੀਕ ਹੈ, ਨਹੀਂ ਭਰਨੇ, ਕੋਈ ਗੱਲ ਨਹੀਂ। ਕਨੈਕਸ਼ਨ ਕੱਟਣ ਜਾਂਦੇ ਸੀ, ਆਪ ਜੋੜ ਲੈਂਦੇ ਸੀ, ਕਨੈਕਸ਼ਨ ਕੱਟਣ ਜਾਂਦੇ ਸੀ, ਆਪ ਜੋੜ ਲੈਂਦੇ ਸੀ, ਤੇ ਮੁਕੱਦਮੇ ਬਥੇਰੇ ਪਏ ਤੇ ਕੋਈ ਉਹ ਨਹੀਂ ਹੋਇਆ। ਮਤਲਬ ਇਹ ਸਟਗਨਿੰਗ ਗਰੁੱਪ ਹੈ, ਇੱਕ ਪਿਛਲੇ 10-12 ਸਾਲਾਂ ਤੋਂ ਇੱਕ ਅਮਰਜ ਕੀਤਾ ਗਰੁੱਪ ਜਿਹੜਾ ਦਿਖਾਈ ਦਿੱਤਾ। ਇਸ ਕਰਕੇ ਜਿਹੜਾ ਇਹ ਐਟੀਟਿਊਡ ਹੈ ਨਾ, ਬਣਨਾ ਕਿ ਆਪਾਂ ਗੱਲ ਨਹੀਂ ਕਰਦੇ, ਰੋਕ ਦਾਂਗੇ, ਇਹ ਅਨਡੈਮੋਕ੍ਰੈਟਿਕ ਵੀ ਹੈ। ਔਰ ਮੇਰੇ ਖਿਆਲ ਹੈ ਇਹ ਸ਼ੋਭਾ ਬਨਿੰਦਾ ਸ਼ਾਇਦ ਭਗਵੰਤ ਮਾਨ ਨੂੰ ਜ਼ਿਆਦਾ ਵੱਡੀ ਚੁਣੌਤੀ ਆਉਣ ਵਾਲੇ ਦਿਨਾਂ 'ਚ ਵੀ ਪੋਲਿਟਿਕਸ ਦੀ ਬਜਾਏ ਜਨਤਕ ਆਰਗੇਨਾਈਜੇਸ਼ਨ, ਜਨਤਕ ਖੇਤਰ ਵੱਲੋਂ ਮਿਲਣ ਦੀ ਇਹ ਸੰਕੇਤ ਦਿਖਾਈ ਦੇ ਰਹੇ ਨੇ ਕਿਸੇ ਨਾ ਕਿਸੇ ਰੂਪ 'ਚ। ਜੀ, ਕਿਉਂਕਿ ਇਹਨਾਂ ਨੇ ਹੀ ਸਰਦਾਰ ਜਗਤਾਰ ਸਿੰਘ ਜੀ ਟੋਲ ਪਲਾਜ਼ੇ ਰੋਕੇ, ਇਹੀ ਰੇਲਾਂ ਰੋਕਣ ਵਾਲਿਆਂ 'ਚ ਸੀਗੇ। ਔਰ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਹੀ ਲਾਲ ਕਿਲੇ ਵੱਲ ਟਰੈਕਟਰ ਮਾਰਚ ਦਾ ਐਲਾਨ ਕੀਤਾ ਸੀ, ਜਿਹਦੇ ਵਿੱਚ ਬਾਅਦ 'ਚ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਹੋਰ ਸਾਰੇ ਲੋਕ ਕਾਫੀ ਉਸ ਪਾਸੇ ਨੂੰ ਹੋ ਤੁਰੇ, ਤੇ ਉਦੋਂ ਰੌਲਾ ਵੀ ਪਿਆ ਸੀਗਾ। ਇਹ ਥੋੜਾ ਜਿਹਾ ਆਈਸੋਲੇਟ ਵੀ ਹੋਏ ਥੋੜੇ ਸਮੇਂ ਲਈ। ਪਰ ਹੁਣ ਜਿਹੜੀ ਸਥਿਤੀ ਅੱਜ ਬਣੀ ਹੈ, ਦਿੱਲੀ ਨਾਲੋਂ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਸਰਵਾਈਵ ਕਰਨਾ ਸੌਖਾ। ਦਿੱਲੀ ਦੇ ਵਿੱਚ ਆਉਣਾ ਜਾਣਾ, ਦਿੱਲੀ ਦੇ ਵਿੱਚ ਰਾਸ਼ਨ ਪਾਣੀ ਦਾ ਪ੍ਰਬੰਧ, ਦਿੱਲੀ ਦੇ ਵਿੱਚ ਲੋਕਾਂ ਦਾ ਸਮਰਥਨ ਇਹ ਤਰੱਦਦ ਨਾਲ ਮਿਲਦਾ ਸੀ, ਲੋਕ ਨੂੰ ਜਾਣਾ ਪੈਂਦਾ ਸੀ। ਪਰ ਉਹ ਵੀ ਬਹੁਤ ਏਡਾ ਵੱਡਾ ਸਮਰਥਨ ਸ਼ਾਇਦ ਹੀ ਹਿਸਟਰੀ ਦੇ ਵਿੱਚ ਕਦੇ ਮਿਲਦਾ ਹੋਵੇ ਕਿ ਲੋਕ ਜਿੱਦਾਂ ਵਹੀਰਾਂ ਘੱਤ ਕੇ ਵੀਕਲੀ ਬੇਸਿਸ ਤੇ ਗਵਰਨਮੈਂਟ EMPLOYE ਵੱਖ-ਵੱਖ ਖੇਤਰਾਂ ਦੇ ਲੋਕ ਰੋਟੇਸ਼ਨ 'ਚ ਜਾਂਦੇ ਸੀ। ਉਹ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਸੀਗਾ। ਉੱਥੇ ਲੰਗਰ ਲੱਗੇ ਸੀ, ਅਰਦਾਸਾਂ ਹੁੰਦੀਆਂ ਸੀਗੀਆਂ, ਅਖਬਾਰਾਂ ਨਿਕਲਦੀਆਂ ਸੀ, ਉੱਥੋਂ ਚੈਨਲ ਚੱਲਣੇ ਸ਼ੁਰੂ ਹੋਏ, ਕਈ ਕੁਝ ਹੋਇਆ। ਪਰ ਹੁਣ ਜੇ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨੂੰ ਇਸ ਗੱਲ ਦਾ ਡਰ ਸ਼ਾਇਦ ਲੱਗਦਾ ਹੈ ਕਿ ਜੇ ਇੱਥੋਂ ਸ਼ੁਰੂ ਹੁੰਦਾ ਹੈ ਤਾਂ ਇਹ ਮੋਰਚਾ ਵਿਸਥਾਰ ਨਾਲ ਹੈ। ਜੇ ਰਾਜੇਵਾਲ ਇਹ ਲਗਭਗ 2 ਤੋਂ ਵੱਧ ਵਾਰੀ ਕਾਲ ਦੇ ਕੇ ਨਹੀਂ ਕਰ ਸਕੇ, ਉਹਨਾਂ ਨੇ ਚੰਡੀਗੜ੍ਹ ਦੇ ਮਾਮਲੇ 'ਚ, ਪਾਣੀਆਂ ਦੇ ਮਾਮਲੇ 'ਚ ਮੋਰਚਾ ਲਾਉਣਾ ਸੀ, ਉਹਨਾਂ ਨੇ 2 ਵਾਰੀ ਕੌਮੀ ਇਨਸਾਫ ਮੋਰਚੇ ਦਾ ਲੱਗੇ ਹੋਣਾ ਕਹਿ ਕੇ
ਆਪਣੇ ਆਪ ਨੂੰ ਰੋਕਿਆ, ਪਿੱਛੇ ਉਹ ਆਏ ਵੀ ਸੀਗੇ। ਪਰ ਹੁਣ ਜਿਸ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਲੋਕਾਂ ਨੂੰ ਰੋਕਿਆ ਗਿਆ ਆਉਣ ਤੋਂ, ਇਹਦਾ ਮਤਲਬ ਜਿਹੜੀ ਅੰਦਰ ਪਈ ਬੇਚੈਨੀ ਆ, ਉਹ ਬੇਚੈਨੀ ਕਿਸੇ ਵੇਲੇ ਵੀ ਵਿਸਫੋਟ ਹੋ ਸਕਦੀ ਹੈ। ਤੇ ਇਸ ਕਰਕੇ ਮੁੱਖ ਮੰਤਰੀ ਜੇ ਟਕਰਾਅ ਦੇ ਰਸਤੇ ਤੇ ਜਾਂਦੇ ਨੇ ਤੇ ਇਹਨੂੰ ਸਾਂਭਣਾ ਔਖਾ ਹੋ ਸਕਦਾ। ਇਹਦੀ ਬਜਾਏ ਕਈ ਪੱਧਰਾਂ ਦੀ, ਕਈ ਲੇਅਰਸ ਦੇ ਵਿੱਚ ਗੱਲਬਾਤ ਹੁੰਦੀ ਤੇ ਜ਼ਿਆਦਾ ਵਧੀਆ। ਸਰਕਾਰ ਇਹੋ ਹੀ ਤਾਂ ਹੁੰਦੀ ਹੈ ਕਿ ਅਧਿਕਾਰੀਆਂ ਦੇ ਪੱਧਰ ਤੇ, ਏਜੰਸੀਆਂ ਦੇ ਪੱਧਰ ਤੇ, ਮੰਤਰੀਆਂ ਦੇ ਪੱਧਰ ਤੇ, ਐਮਐਲਏ ਦੇ ਪੱਧਰ ਤੇ ਵੱਖ-ਵੱਖ ਬੰਦੇ ਵੱਖ-ਵੱਖ ਇਲਾਕਿਆਂ 'ਚ ਹੀ ਹੈਂਡਲ ਕਰ ਲਏ ਜਾਂਦੇ ਆ। ਔਰ ਜਿਸ ਤਰੀਕੇ ਨਾਲ ਅੱਜ ਦਾ ਮਾਹੌਲ ਬਣਿਆ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਵੀ ਸ਼ਾਇਦ ਗਵਰਨਮੈਂਟ ਦਾ ਅਨੁਭਵਹੀਣ ਹੋਣਾ ਔਰ ਅਕੇਰੇ ਰੂਪ 'ਚ ਚੱਲਣਾ ਸ਼ਾਇਦ ਭਾਰੀ ਵੀ ਪੈ ਸਕਦਾ ਸਰਕਾਰ ਨੂੰ। ਕੀ ਕਹਿੰਦੇ ਹੋ ਸਰਦਾਰ ਜਗਤਾਰ ਸਿੰਘ? ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਦੇ ਨਾਅਰੇ ਤੇ ਆਈ ਸੀ। ਅਦਰ ਇਹ ਨਾਅਰਾ ਇਸ ਪਾਰਟੀ ਦਾ ਆਲਮੋਸਟ ਹਰ ਥਾਂ ਤੇ ਹੀ ਲੱਗ ਰਿਹਾ ਜੀ। ਮੈਂ ਕੁਝ ਮਿੰਟ ਪਹਿਲਾਂ ਤੁਹਾਡੇ ਸੰਗਰੂਰ ਦੇ ਕਿਸਾਨਾਂ ਦਾ ਜਿਹੜਾ ਟਕਰਾਅ ਹੋਇਆ ਪੁਲਿਸ ਨਾਲ, ਉਹਦੀ ਵੀਡੀਓ ਦੇਖ ਰਿਹਾ ਸੀਗਾ ਤੇ ਜਿੰਨਾ ਉੱਥੇ ਕਿਸਾਨਾਂ ਜੋਸ਼ ਸੀਗਾ ਤੇ ਜਿਹੜਾ ਸਟੇਟ ਦਾ, ਮੈਂ ਪੁਲਿਸ ਦਾ ਨਹੀਂ ਕਹੂੰ, ਜਿਹੜਾ ਸਟੇਟ ਦਾ ਐਟੀਟਿਊਡ ਸੀ, ਉਹ ਤਾਂ ਮੈਨੂੰ ਲੱਗਿਆ ਵੀ ਜਿਹੜਾ ਇਹ ਬਦਲਾਅ ਦਾ ਨਾਅਰਾ ਸੀਗਾ ਇਹਦੀ ਹੁਣ ਕਵਰ ਪੱਟੀ ਜਾ ਰਹੀ ਹੈ। ਇਹ ਇਸ ਤੋਂ ਬਾਅਦ ਇਹ ਸਰਕਾਰ ਇਸ ਨਾਅਰੇ ਤੇ ਕੋਈ ਕਲੇਮ ਨਹੀਂ ਕਰ ਸਕਦੀ ਕਿ ਮੈਨੂੰ ਕੋਈ ਫਰਕ ਨਹੀਂ ਲੱਗਿਆ ਜਿਹੜੀਆਂ ਪਹਿਲੀਆਂ ਸਰਕਾਰਾਂ ਸੀਗੀਆਂ ਤੇ ਅੱਜ ਜਿਹੜਾ ਇਸ ਸਰਕਾਰ ਦਾ ਐਟੀਟਿਊਡ ਹੈ, ਮੈਨੂੰ ਉਹਦੇ 'ਚ ਕੋਈ ਫਰਕ ਨਹੀਂ ਲੱਗਿਆ। ਸਟੇਟ ਦਾ ਰੋਲ ਉਹੀ ਹੈ ਜਿਹੜਾ 2022 ਤੋਂ ਪਹਿਲਾਂ ਜਿਹੜਾ ਸਰਕਾਰਾਂ ਦਾ ਹੋਇਆ ਕਰਦਾ ਸੀ, ਉਹ ਸੇਮ ਹੈ, ਕੋਈ ਫਰਕ ਨਹੀਂ। ਭਗਵੰਤ ਮਾਨ ਐਸ ਚੀਫ ਮਿਨਿਸਟਰ ਗੱਲ ਕਰਦੇ ਰਹੇ ਹੈ ਕਿ ਮੈਂ ਲੋਕਾਂ ਦੇ ਨਾਲ ਇੰਟਰੈਕਟ ਕਰਦਾ, ਜਿਹੜਾ ਮਰਜ਼ੀ ਆਵੇ ਗੱਲ ਕਰੇ, ਮੈਂ ਤੁਹਾਡਾ ਨੁਮਾਇੰਦਾ ਹਾਂ। ਮੈਂ ਅੱਜ ਦੀ ਗੱਲ ਕਰਦਾ, ਮੈਂ ਦੁਬਾਰਾ ਕਹਿਣਾ ਕਿ ਇਹ ਬਦਲਾਅ ਦੇ ਨਾਅਰੇ ਦੀ ਅੱਜ ਕਵਰ ਪੱਟੀ ਗਈ। ਇੱਕ ਪਹਿਲਾ ਐਸਪੈਕਟ ਇਹ ਹੈ, ਜੇ ਆ ਜਾਂਦੇ ਚੰਡੀਗੜ੍ਹ ਦੇ ਵਿੱਚ ਤੇ ਇਹ ਰਾਈਟ ਹੈ ਪੰਜਾਬ ਦੇ ਹਰ ਬਸ਼ਿੰਦੇ ਨੂੰ ਚੰਡੀਗੜ੍ਹ 'ਚ ਆ ਕੇ ਪ੍ਰੋਟੈਸਟ ਕਰਨ ਦਾ। ਇਹ ਇਲੀਗਲ ਨਹੀਂ ਹੈ, ਨਾ ਅਨਕਨਸਟੀਟਿਊਸ਼ਨਲ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਇਹ ਇਸ਼ੂ ਇਹ ਨਹੀਂ ਹੈ ਕਿ ਯੂਟੀ ਹੈ। ਪੰਜਾਬ ਦੇ ਲੋਕਾਂ ਨੂੰ ਆਪਣੀ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਕਰਨ ਦਾ ਰਾਈਟ ਹੈ। ਇਹ ਰਾਈਟ ਉਹਨਾਂ ਤੋਂ ਖੋਣਾ ਰਾਦਰ ਇਹ ਅਨਕਨਸਟੀਟਿਊਸ਼ਨਲ, ਜਿਹੜਾ ਚੈਲੰਜ ਹੋਣਾ ਚਾਹੀਦਾ। ਤੇ ਇਹ ਮਾਸ ਮੂਵਮੈਂਟ ਦੇ ਥਰੂ ਹੀ ਚੈਲੰਜ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਸੋ ਉਹ ਲੋਕ ਇੱਥੇ ਆ ਰਹੇ ਸੀ ਆਪਣਾ ਪ੍ਰੋਟੈਸਟ ਕਰਨ। ਕਿਉਂ ਇਹ ਗੁੱਸਾ 'ਚ ਇੰਨਾ ਗੁੱਸਾ ਲੋਕਾਂ ਦੇ ਵਿੱਚ ਕਿਉਂ ਇੱਕਦਮ ਹੈਗਾ? ਜੇ ਭਗਵੰਤ ਮਾਨ ਬੇੜੀ ਲੈ ਕੇ ਤੁਰੇ ਫਿਰਦੇ ਹੈ ਪਿੰਡਾਂ ਦੇ ਵਿੱਚ, ਕਹਿ ਰਹੇ ਹੈ ਕਿ ਮੈਂ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ, ਫਿਰ ਇਹ ਗੁੱਸਾ ਕਿੱਥੋਂ ਆ ਗਿਆ? ਇਹਦਾ ਮਤਲਬ ਵਿੱਚ ਕਿਤੇ ਗੈਪ ਹੈ ਜੀ। ਇੱਕ ਦਿਖਾਵਾ ਹੈ, ਫੋਟੋ ਆਪ ਹੈ। ਦੂਜੇ ਪਾਸੇ ਲੋਕਾਂ ਦੀ ਅਸਲੀ ਹਾਲਤ ਕੀ ਹੈ? ਇਹ ਰੋਜ਼ ਆ ਰਿਹਾ ਹੈ ਕਿ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਬੰਨ ਲਾ ਰਹੇ ਹੈ। ਲੋਕ ਆਪਣੇ ਲੈਵਲ ਤੇ ਮੋਬਿਲਾਈਜ਼ ਹੋਏ ਆ, ਆਪਣੇ ਲੈਵਲ ਤੇ ਉਹਨਾਂ ਨੇ ਰੈਸਕਿਊ ਆਪਰੇਸ਼ਨ ਕੀਤੇ ਹੈ ਔਰ ਆਪਣੇ ਲੈਵਲ ਤੇ ਲੰਗਰ ਪਹੁੰਚਾ ਰਹੇ ਹੈ, ਪਾਣੀ ਪਹੁੰਚਾ ਰਹੇ ਹੈ, ਰਸਦ ਪਹੁੰਚਾ ਰਹੇ ਹੈ। ਪੰਜਾਬ ਇੱਕ ਨਵਾਂ ਮਾਡਲ, ਨਵਾਂ ਨਹੀਂ, ਇਹਦੇ ਇਤਿਹਾਸ ਦੇ ਵਿੱਚ ਰੂਟਡ ਹੈ ਔਰ ਰਿਵਾਈਵ ਕੀਤਾ ਹੈ। ਜਿਹੜੀ ਟ੍ਰੈਡੀਸ਼ਨ ਸਿੱਖ ਧਰਮ ਤੋਂ ਨਿਕਲਦੀ ਹੈ, ਉਹ ਇਨ ਪ੍ਰੈਕਟਿਸ ਮੁੜ ਕੇ ਪੂਰੀ ਤਰ੍ਹਾਂ ਰਿਵਾਈਵ ਹੋਈ ਹੋਈ ਹੈ ਜੀ। ਇੱਕ ਆਸਪੈਕਟ ਉਹ ਹੈ। ਸੋ ਇਹ ਇਸ਼ੂ ਕਿਉਂ ਉੱਠ ਰਿਹਾ ਵਾਰ-ਵਾਰ? ਜਦੋਂ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਸੀ, ਉਹਦੀ ਕਾਮਯਾਬੀ ਨੂੰ ਲੈ ਕੇ ਸਾਰੀ ਦੁਨੀਆ ਦੇ ਵਿੱਚ ਉਹਦੀ ਹੁਣ ਵੀ ਸਟੱਡੀ ਕੀਤੀ ਜਾ ਰਹੀ ਹੈ ਕਿ ਉਹ ਫਿਨਾਮਨਾ ਅਲਟੀਮੇਟਲੀ ਕੀ ਸੀ। ਯੂਨੀਵਰਸਿਟੀਆਂ ਸਟੱਡੀਜ਼ ਕਰ ਰਹੀਆਂ ਉਹਦੀਆਂ, ਸਰਕਾਰਾਂ ਵੀ ਸਟੱਡੀ ਕਰ ਰਹੀਆਂ। ਤੇ ਉਹ ਮਾਡਲ ਲੱਗਦਾ ਸੀ ਕਿ ਪੰਜਾਬ ਦੀ ਸਿਆਸਤ ਨੂੰ ਅੱਗੇ ਪਰਮਾਨੈਂਟਲੀ ਡਿਕਟੇਟ ਕਰੇਗਾ, ਲੇਕਿਨ ਐਸਾ ਨਹੀਂ ਹੋਇਆ। ਉਹ ਸ਼ਕਤੀ ਨਾਲ ਹੀ ਖਿੰਡ ਪੁੱਟ ਗਈ। ਹੁਣ ਉਹ ਇੱਕ ਤਾਂ ਉਹ ਰਿਐਕਸ਼ਨ ਹੈ ਕਿ ਉਹ ਜਿਹੜੀ ਸ਼ਕਤੀ ਖਿੰਡੀ ਪੁੰਡੀ ਸੀਗੀ, ਇਹਨੂੰ ਵੱਖਰੇ ਵੱਖਰੇ ਕਿਸਾਨ ਜਥੇਬੰਦੀਆਂ ਕਿਵੇਂ ਮੁੜ ਕੇ ਰੀਬਾਊਂਡ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਦੁਬਾਰਾ ਵਾਪਸ ਸੈਂਟਰ ਸਥਿਤੀ ਆ ਰਹੀ ਹੈ। ਇੱਕ ਆਸਪੈਕਟ ਪੰਜਾਬ ਦਾ ਲਗਾਤਾਰ ਚੱਲਦਾ ਆ ਰਿਹਾ ਪਿਛਲੇ ਕੁਝ ਸਾਲਾਂ ਤੋਂ, ਜਿਹੜਾ ਸਿਆਸੀ ਵਰਤਾਰਾ ਹੈ, ਸਿਆਸੀ ਜਥੇਬੰਦੀਆਂ, ਸਿਆਸੀ ਪਾਰਟੀਆਂ, ਉਹ ਇਹ ਜਨ ਸੰਘਰਸ਼ ਹੈ, ਇਹਨਾਂ ਸਾਰਿਆਂ ਤੋਂ ਕੱਟੀਆਂ ਹੋਈਆਂ। ਨਾ ਤਾਂ ਕਿਸਾਨ ਸੰਘਰਸ਼ ਵਾਲੀ ਕੋਈ ਸਿਆਸੀ ਪਾਰਟੀ ਨਾਲ ਸੀਗੀ, ਨਾ ਅੱਜ ਜਦੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ। ਕਾਫੀ ਦੇਰ ਤੋਂ ਚੱਲ ਰਿਹਾ ਕੰਮ, ਇਹ ਸਾਰਾ ਇੱਕ ਦਿਨ ਨਹੀਂ ਗਾ। ਉਹ ਬਿਲਕੁਲ ਪਾਸੇ ਹੈ। ਜੀਰੇ ਮੋਰਚੇ ਤੋਂ ਵੀ ਸਿਆਸੀ ਪਾਰਟੀਆਂ ਪਾਸੇ ਸੀਗੀਆਂ।
ਇਹ ਵੀ ਸਿਰਫ ਫੋਟੋ ਖਿਚਾਉਣ ਵਾਲੇ ਪਾਸੇ ਪਏ ਹੋਏ ਆ ਜਾਂ ਰਾਜ ਭਵਨ ਜਾ ਕੇ ਮੈਮੋਰੰਡਮ ਦੇ ਆਉਂਦੇ ਆ, ਲੋਕਾਂ ਤੋਂ ਇਹ ਵੀ ਇਕੱਠੇ ਹੋਏ ਆ। ਸੋ ਇਕੱਲੀ ਸਰਕਾਰ ਹੀ ਨਹੀਂ ਇਕੱਠੀ ਵੀ, ਜਿਹੜੀ ਸਿਆਸੀ ਪਾਰਟੀਆਂ ਪੋਜੀਸ਼ਨ ਹੈਗੀਆਂ, ਸਾਰਾ ਇਹ ਵਰਤਾਰਾ ਹੀ ਲੋਕਾਂ ਤੋਂ ਆਈਸੋਲੇਟ ਹੋਇਆ ਗਿਆ। ਸੋ ਇੱਕ ਇੰਟਰਸਟਿੰਗ ਪੰਜਾਬ ਦਾ ਆਸਪੈਕਟ ਹੈ। ਹੁਣ ਲੋਕ ਕਿੱਥੇ ਜਾਣ? ਕਿਸਾਨ ਜਥੇਬੰਦੀਆਂ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਇਸ਼ੂ ਟੇਕ ਅਪ ਕਰਕੇ ਚੰਡੀਗੜ੍ਹ ਜੇ ਮੁਜ਼ਾਹਰਾ ਕਰਨਾ ਚਾਹੁੰਦੀਆਂ ਤੇ ਉਹਨਾਂ ਨੂੰ ਅਲਾਉਡ ਹੋਣਾ ਚਾਹੀਦਾ ਹੈ। ਹੁਣ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਮਿਲ ਕੇ ਵੀ ਗਏ, ਜਥੇਬੰਦੀਆਂ ਲਗਾਤਾਰ ਮਿਲ ਰਹੀਆਂ, ਕਦੇ ਕੋਈ ਗਰੁੱਪ ਮਿਲ ਰਿਹਾ, ਕਦੇ ਕੋਈ ਗਰੁੱਪ ਮਿਲ ਰਿਹਾ। ਇਹ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ, ਇਹ ਲੋਕਾਂ ਤੋਂ ਆਈਸੋਲੇਟ ਕਿਉਂ ਹੋ ਰਹੀ ਹੈ? ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਉਹਨਾਂ ਤੋਂ ਆਈਸੋਲੇਟ ਹੋ ਰਹੀ ਹੈ। ਜਾਂ ਤਾਂ ਸਰਕਾਰ ਨੂੰ ਉਹ ਇਨਫੋਰਮੇਸ਼ਨ ਆਈ ਨਹੀਂ ਰਹੀ, ਇੱਕ ਗੈਪ ਆ ਗਿਆ। ਉਹ ਗੈਪ ਕਿਉਂ ਆਇਆ ਇਹ ਤਾਂ ਭਗਵੰਤ ਮਾਨ ਆਪ ਦੇਖਣ। ਇੰਨੀ ਤੁਸੀਂ ਸਿਕਿਉਰਿਟੀ ਲੈ ਕੇ ਚੱਲੋਗੇ, ਉਹ ਗੈਪ ਤਾਂ ਇੱਕ ਨਾਰਮਲ ਜਿਹਾ ਉਹਦੇ ਵਿੱਚੋਂ ਹੀ ਨਿਕਲਦਾ, ਸਾਰੀ ਗੱਲ ਤਾਂ ਤੁਸੀਂ ਆਈਸੋਲੇਟ ਹੋ ਕੇ ਬਹਿ ਜਾਂਦੇ ਜੀ। ਗੱਲ ਸਿਰਫ ਸਿਕਿਉਰਿਟੀ ਦੀ ਹੁੰਦੀ, ਇੱਕ ਸਿਸਟਮ ਬਣਾਉਣ ਦੀ ਹੁੰਦੀ, ਉਹ ਬਣਿਆ ਨਹੀਂ ਲੱਗਦਾ ਮੇਰਾ ਕਹਿਣ ਦਾ। ਗੱਲ ਤਾਂ ਇਹ ਹੈ ਕਿ ਇਸ ਵੇਲੇ ਹੁਣ ਜਿਹੜੀ ਕਿਸਾਨਾਂ ਦੀ ਤਾਕਤ ਹੈਗੀ ਹੈ, ਕਿਸ ਤਰੀਕੇ ਨਾਲ ਮੋਬਿਲਾਈਜ਼ ਹੋ ਰਹੀ ਹੈ। ਕਿਸਾਨਾਂ ਦੇ ਇਸ਼ੂਜ਼ ਜਿਹੜੇ ਹੁਣ ਵੀ ਉਸ ਵੱਡੇ ਸੰਘਰਸ਼ ਤੋਂ ਬਾਅਦ ਬੇਸਿਕਲੀ ਉੱਥੇ ਹੀ ਖੜੇ ਹੈ। ਉਹ ਜਿਹੜੇ ਬਿੱਲ ਹੈ ਉਹ ਜ਼ਰੂਰ ਵਾਪਸ ਹੋਏ ਹੈ, ਲੇਕਿਨ ਜਿਹੜੇ ਐਸੋਸੀਏਟਡ ਇਸ਼ੂ ਸੀਗੇ ਉਹ ਹਾਲੇ ਉੱਥੇ ਦੇ ਉੱਥੇ ਹੀ ਜੀ। ਕੇਂਦਰ ਨਾਲ ਵੀ ਉੱਥੇ ਖੜੇ ਹੈ ਤੇ ਸਟੇਟ ਨਾਲ ਵੀ ਉੱਥੇ ਹੀ ਖੜੇ ਹੈ। ਇਹ ਸਾਰਾ ਕੁਛ ਹੀ ਵਰਤਾਰਾ ਕਿਸਾਨ ਸੰਘਰਸ਼ ਸਮਿਤੀ ਨੂੰ ਇਹ ਰੀਥਿੰਕ ਕਰਨਾ ਪੈਣਾ ਹੈ। ਇਹ ਚੰਗੀ ਗੱਲ ਹੈ ਇੱਕ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਹੁਣ ਇੱਕ ਗੱਲ ਤੇ ਸਹਿਮਤ ਹੋ ਰਹੀਆਂ ਕਿ ਪਾਕਿਸਤਾਨ ਨਾਲ ਇਹ ਵਪਾਰ ਖੋਲ੍ਹਣਾ ਚਾਹੀਦਾ ਹੈ ਤੇ ਉਹ ਪ੍ਰੈਸ਼ਰ ਬਿਲਡ ਹੋਣਾ ਚਾਹੀਦਾ ਹੈ। ਰਾਦਰ ਉਹ ਕਿਸਾਨ ਜਥੇਬੰਦੀਆਂ ਹੀ ਕਰ ਸਕਦੀਆਂ, ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਪਾਉਣ ਔਰ ਦਿੱਲੀ ਤੇ ਵੀ ਪ੍ਰੈਸ਼ਰ ਪਾਉਣ। ਲੇਕਿਨ ਇਮੀਡੀਏਟ ਇਸ਼ੂ ਹੁਣ ਇਹ ਹੈ ਕਿ ਫਲੱਡ ਰਿਲੀਫ ਉਹਨਾਂ ਨੂੰ ਦਿੱਤਾ ਜਾਵੇ, ਉਹਨਾਂ ਨੂੰ ਚੰਡੀਗੜ੍ਹ ਮੁਜ਼ਾਹਰਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਜਿਹੜਾ ਅੱਜ ਇਹਨਾਂ ਨੇ ਉਹਨਾਂ ਤੇ ਵਰਤਾਰਾ ਇਹਨਾਂ ਦਾ ਸਟੇਟ ਦਾ ਹੈਗਾ, ਉਹਨਾਂ ਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਐਂਟੀ ਡੈਮੋਕ੍ਰੈਟਿਕ ਹੈ। ਸਰਦਾਰ ਹਰਮੀਤ ਸਿੰਘ ਜੀ, ਜਿਹੜੀ ਖਬਰ ਆ ਰਹੀ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਚੁੱਕੀ ਆ, ਜਿਹੜੀ ਪੁਲਿਸ ਔਰ ਕਿਸਾਨਾਂ ਦੇ ਦਰਮਿਆਨ ਟਕਰਾਅ ਦੇ ਵਿੱਚ ਇੱਕ ਗੱਡੀ ਥੱਲੇ, ਸ਼ਾਇਦ ਪੁਲਿਸ ਦੀ ਗੱਡੀ, ਜੇ ਮੈਂ ਗਲਤ ਨਹੀਂ ਜਾਂ ਇਹਦੀ ਪੁਸ਼ਟੀ ਹੋ ਸਕੇ, ਉਹਦੀਆਂ ਲੱਤਾਂ ਟੁੱਟ ਗਈਆਂ ਸੀ ਤੇ ਹੁਣ ਉਹਨੂੰ ਹਸਪੀਟਲ ਦੇ ਵਿੱਚ ਮ੍ਰਿਤਕ ਘੋਸ਼ਿਤ ਕਰਤਾ ਗਿਆ। ਇਹ ਟਕਰਾਅ ਬਹੁਤ ਵੱਡੇ ਟਕਰਾਅ ਵੱਲ ਵਧਣ ਵਾਲਾ, ਮੈਨੂੰ ਲੱਗਦਾ ਆਸਾਨੀ ਨਾਲ ਇਹ ਗੱਲ ਕਿਸੇ ਪਾਸੇ ਲੱਗਣੀ ਨਹੀਂ। ਔਰ ਜੇਕਰ ਗਵਰਨਮੈਂਟ ਦਾ ਇਸੇ ਤਰੀਕੇ ਨਾਲ ਅਡਾਮੈਂਟ ਰਵੱਈਆ ਰਹਿੰਦਾ ਹੈ ਔਰ ਇਹ ਲਗਾਤਾਰ ਕਿਸਾਨਾਂ ਨਾਲ ਟਕਰਾਅ ਦੀ ਨੀਤੀ ਤੇ ਚੱਲਦੀ ਹੈ, ਤਾਂ ਇਹਦੇ ਕਾਫੀ ਨਤੀਜੇ ਪੰਜਾਬ ਲਈ ਬੁਰੇ ਹੋ ਸਕਦੇ ਆ। ਇੱਕ ਜਿਹੜੀ ਗੱਲ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਰਕਾਰ ਦਾ ਕਲੈਕਟਿਵ ਰੂਪ ਦੇ ਵਿੱਚ ਅੱਗੇ ਵਧਣਾ ਔਰ ਕਈ ਪੱਧਰਾਂ ਦੇ ਉੱਤੇ ਗੱਲਬਾਤ ਹੋਣੀ, ਕਈ ਪੱਧਰਾਂ ਦੇ ਉੱਤੇ ਮਾਮਲਿਆਂ ਨੂੰ ਹੱਲ ਕਰਨ ਵਰਗੀ ਸਥਿਤੀ, ਔਰ ਕੋਈ ਮੰਤਰੀਆਂ ਦਾ ਸਮੂਹ ਹੋ ਸਕਦਾ, ਕੋਈ ਪੁਲਿਸ ਦੇ ਅਧਿਕਾਰੀਆਂ ਦਾ ਇੱਕ ਗਰੁੱਪ ਹੋ ਸਕਦਾ ਹੈ, ਜਾਂ ਕਈ ਮਾਮਲੇ ਹੁੰਦੇ ਪਾਰਟੀਆਂ ਦੇ, ਜਿਹੜੇ ਸੱਤਾਧਾਰੀਆਂ ਦੀ ਪਾਰਟੀ ਹੁੰਦੀ, ਉਹਦਾ ਵੀ ਇੱਕ ਬੜਾ ਵੱਡਾ ਸੰਗਠਨ ਦਾ ਰੋਲ ਹੁੰਦਾ। ਔਰ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ, ਉਹ ਗੈਰ ਰਸਮੀ ਚੀਜ਼ਾਂ ਚੱਲਦੀਆਂ ਰਹਿੰਦੀਆਂ। ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਜੀ। ਹਾਂ ਬਿਲਕੁਲ, ਇੱਕ ਤਾਂ ਇਹ ਬੜੀ ਦੁਖਦਾਈ ਇਨਫੋਰਮੇਸ਼ਨ ਹੈ ਕਿ ਪ੍ਰੀਤਮ ਸਿੰਘ ਮੰਡੇਰ ਪਿੰਡ ਤੋਂ, ਸੰਗਰੂਰ ਚ ਪੈਂਦਾ ਮੰਡੇਰ, ਤੇ ਉਹ ਜਦੋਂ ਕਿਸਾਨਾਂ ਤੇ ਉਹਦਾ ਟਕਰਾਅ ਚੱਲ ਰਿਹਾ ਸੀ, ਕਿਸਾਨ ਅੱਗੇ ਲੰਘਣਾ ਚਾਹੁੰਦੇ ਸੀ, ਪੁਲਿਸ ਰੋਕ ਰਹੀ ਸੀ ਲਗਾਤਾਰ, ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਦੇ ਲੱਤਾਂ ਤੇ ਦੀ ਪੁਲਿਸ ਦੀ ਜੀਪ ਚੜ ਗਈ ਹੈ ਤੇ ਲੱਤਾਂ ਟੁੱਟ ਗਈਆਂ ਸੀਗੀਆਂ। ਟੁੱਟਣ ਤੋਂ ਬਾਅਦ ਫਿਰ ਬਲੀਡਿੰਗ ਜ਼ਿਆਦਾ ਹੋ ਗਈ ਜਾਂ ਕੀ ਹੋ ਗਿਆ, ਕਿਤੇ ਹੁਣ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਨਾਰਮਲੀ ਜੇ ਪੰਜਾਬ ਦੀ ਹਿਸਟਰੀ ਦੇਖੀ ਔਰ ਕਿਸਾਨਾਂ ਦੀ ਵੀ, ਜਦ ਕੋਈ ਅੰਦੋਲਨ ਸ਼ੁਰੂ ਹੁੰਦਾ, ਜਦ ਉਹਦੇ ਚ ਇੱਕ ਬੰਦੇ ਦੀ ਡੈਥ ਹੁੰਦੀ ਹੈ ਨਾ, ਤਾਂ ਉਹਦਾ ਸ਼ਹੀਦ ਮੰਨ ਕੇ ਉਹਨੂੰ ਅੱਗੇ ਤੁਰਿਆ ਜਾਂਦਾ। ਫਿਰ ਹਰ ਵੀ ਇਸ ਅੰਦੋਲਨ ਦਾ ਇਹ ਸ਼ਹੀਦ ਹੈ, ਉਹ ਗੱਲ ਪਰਮਾਨੈਂਟ ਰੌਂ ਚ ਰਹਿੰਦੀ ਹੈ, ਫਿਰ ਇੱਕ ਕੰਟੀਨਿਊਟੀ ਬਣਦੀ ਹੈ। ਇਹ ਅੰਦੋਲਨ ਇਹਦੇ ਨਾਲ ਮਤਲਬ ਬੇਹੱਦ ਪ੍ਰਭਾਵਿਤ ਹੁੰਦੇ ਨੇ। ਹਿਸਟਰੀ ਚ ਵੀ ਇਹ ਬੜੇ ਵਾਰ ਲਗਾਤਾਰ ਆਪਾਂ ਹਰ ਕਿਸਾਨ ਅੰਦੋਲਨ ਨੂੰ ਦੇਖਦੇ ਹਾਂ, ਜਿਵੇਂ ਜਿਵੇਂ ਉਹਦੇ ਚ ਕੁਰਬਾਨੀਆਂ ਹੋਈ ਜਾਂਦੀਆਂ ਨੇ, ਤਿਵੇਂ ਹੀ ਸਾਰੇ ਅੰਦੋਲਨਾਂ ਦੀ ਇੱਕ ਗਾਥਾ ਇਸ ਲੈਵਲ ਦੀ ਹੁੰਦੀ ਹੈ। ਕਈ ਥਾਂ ਤਾਂ ਇਹ ਨੇਚਰ ਹੁੰਦੀ ਹੈ ਵੀ ਜੇ ਇੱਕ ਦੋ ਮਰ ਗਏ ਜਾਂ ਇੱਧਰ ਉੱਧਰ ਹੋ ਗਿਆ, ਡਰ ਗਏ ਤੇ ਬਹਿ ਜਾਂਦੇ ਨੇ ਲੋਕ। ਪੰਜਾਬ ਦਾ ਕਲਚਰ ਇਹੋ ਜਿਹਾ ਨਹੀਂ ਹੈ, ਇਹ ਸਗੋਂ ਉਲਟਾ ਅਗਰੈਸਿਵ ਉਸ ਪੱਧਰ ਦੇ ਉੱਤੇ ਹੁੰਦਾ ਹੈ। ਔਰ ਕੀ ਹੁਣ ਮਤਲਬ ਸੰਗਰੂਰ ਚ ਭਗਵੰਤ ਮਾਨ ਦੇ ਆਪ ਦੀ ਕੰਸਟੀਚੁਐਂਸੀ ਦੇ ਵਿੱਚ ਇੰਨੀ ਖੁੱਲੀ ਛੁੱਟੀ ਦਿੱਤੀ ਪੁਲਿਸ ਨੂੰ ਵੀ ਜੋ ਮਰਜ਼ੀ ਕਰੇ ਜਾਂ ਜਿਵੇਂ ਮਰਜ਼ੀ ਤੋੜ ਫੋੜ ਕਰ ਲਓ, ਜਿਹਦੇ ਮਰਜ਼ੀ ਉਹ ਚੜਾ ਦਿਓ। ਨਹੀਂ ਐ ਤਾਂ ਹੁੰਦਾ ਵੀ ਮਾੜਾ ਮੋਟਾ ਹਲਕਾ ਲਾਠੀ ਚਾਰਜ ਹੋ ਗਿਆ, ਕੁਛ ਇੱਧਰ ਉੱਧਰ ਹੋ ਗਿਆ, ਉਹ ਗੱਲਾਂ ਅਲੱਗ ਨੇ। ਪਰ ਜਿੱਥੋਂ ਤੱਕ ਸਰਕਾਰ ਦੀ ਵਿਉਂਤਬੰਦੀ ਦਾ ਸਵਾਲ ਹੈ, ਪਹਿਲੀ ਗੱਲ ਤਾਂ ਇਹ ਕਿਸੇ ਨੇ ਸੋਚਿਆ ਹੀ ਹੋਣਾ
ਇਹ ਇਕੱਠਿਆਂ ਨੇ ਸੋਚਿਆ ਜਾਂ ਇਕੱਲੇ ਭਗਵੰਤ ਮਾਨ ਨੇ ਸੋਚਿਆ ਜਾਂ ਪੁਲਿਸ ਨੇ ਇਹ ਉਹਨਾਂ ਨੂੰ ਰਾਏ ਦਿੱਤੀ ਜਾਂ ਕਿਸੇ ਐਡਵਾਈਜ਼ਰ ਨੇ ਦਿੱਤੀ ਵੀ ਆਪਾਂ ਉੱਥੇ ਹੀ ਰੋਕ ਲੈਂਦੇ ਆ ਜੀ, ਆਪਾਂ ਆਉਣੇ ਨਹੀਂ ਦਿੰਦੇ, ਆਪਾਂ ਕੀ ਕਰਨਾ ਇੱਥੇ ਆਉਣ ਦੇ। ਕਿਸੇ ਨੇ ਤਾਂ ਜਾਂ ਇੰਟੈਲੀਜੈਂਸ ਨੇ ਦਿੱਤੀ ਹੋਣੀ ਵੀ ਵੱਡੀ ਗਿਣਤੀ ਵੱਡੀ ਹੈ, ਇੱਥੇ ਆ ਕੇ ਕੰਮ ਹੋ ਜਾਊਗਾ ਖਰਾਬ, ਆਪਾਂ ਉੱਥੇ ਬੰਦ ਕਰ ਲੈਂਦੇ ਆ, ਰੋਕ ਲੈਂਦੇ ਆ। ਇਹ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਨੇ ਵੀ ਐਵੇਂ ਰੋਕੇ ਨੇ, ਟਰਾਈ ਕੀਤੀ ਹੈ ਪਹਿਲਾਂ ਬੜੀ ਵਾਰ, ਪਰ ਉਦੋਂ ਨਾ ਕਿਸਾਨ ਜਥੇਬੰਦੀਆਂ ਦਾ ਤੇ ਕਿਸਾਨਾਂ ਦਾ ਸਾਈਜ਼ ਜਥੇਬੰਦੀਆਂ ਦਾ ਛੋਟਾ ਸੀ, ਉੱਡਾ ਅਗਰੈਸਿਵ ਨਹੀਂ ਸੀ, ਉੱਡਾ ਮਤਲਬ ਉਨੀ ਜਾਗਰੂਕਤਾ ਦਾ ਲੈਵਲ ਵੀ ਉਹ ਨਹੀਂ ਸੀ ਜਦੋਂ ਕਰਦੇ ਰਹੇ। ਹੌਲੀ ਹੌਲੀ ਮੂਵਮੈਂਟ ਬਣੀ ਹੈ, ਇੱਕ ਪ੍ਰੋਸੈਸ ਚੋਂ ਬਣੀ ਹੈ, ਬਲਕਿ ਉਹਨਾਂ ਰੋਕਾਂ ਚੋਂ ਹੀ ਬਣੀ ਹੈ ਹੌਲੀ ਹੌਲੀ, ਜਿਹੜੀਆਂ ਪਹਿਲਾਂ ਸਰਕਾਰਾਂ ਆਉਂਦੀਆਂ ਰਹੀਆਂ, ਨਹੀਂ ਧਰਨਾ ਦੇਣਾ, ਨਹੀਂ ਆ ਕਰਨ ਦੇਣਾ। ਹੁਣ ਸਵਾਲ ਇਹ ਹੈ ਕਿ ਇਹਦੇ ਚ ਜਾਂ ਤਾਂ ਪੋਲੀਟੀਕਲ ਵਿਜ਼ਡਮ ਚਾਹੀਦੀ ਹੁੰਦੀ ਹੈ, ਪੋਲੀਟੀਕਲ ਸਿਆਣਪ, ਜਿਹਦੇ ਤੁਹਾਡੇ ਕੋਲ ਮੇਨ ਲੀਡਰ ਹੁੰਦੇ ਨੇ ਇਹੋ ਜਿਹੇ ਜਿਹੜੇ ਕਿਸਾਨਾਂ ਨਾਲ, ਕਿਉਂਕਿ ਤੁਹਾਡੇ ਵੋਟਰ ਹੀ ਕਿਸਾਨ ਕਿਹਦੇ ਵੋਟਰ ਨੇ ਜਾਂ ਮਜ਼ਦੂਰ, ਉਹ ਲੋਕਾਂ ਦੇ ਇਹਨਾਂ ਹੀ ਪਾਰਟੀਆਂ ਨੂੰ ਵੋਟ ਪਾਉਂਦੇ ਨੇ ਨਾ ਆਫਟਰ ਆਲ ਕਿਤੇ ਨਾ ਕਿਤੇ, ਤੇ ਉਹ ਤੁਹਾਡੇ ਨਾਲ ਵਰਕਰ ਹੈ ਜੇ ਪੋਲੀਟੀਕਲੀ ਵੀ ਜੁੜੇ ਹੁੰਦੇ ਨੇ, ਆਪਣੀ ਜਥੇਬੰਦੀ 'ਚ ਵੀ ਕੰਮ ਕਰਦੇ ਨੇ, ਦੋਨੋਂ ਤਰੀਕੇ ਹੁੰਦੇ ਨੇ। ਪਰ ਜਦ ਤੁਸੀਂ ਉਹਨਾਂ ਨਾਲ ਬਣਾ ਕੇ ਜਾਂ ਉਹਨਾਂ ਨਾਲ ਇਕੱਲੇ ਗੱਲ ਕਰਕੇ, ਇੱਕ ਇਸ ਹੈਸੀਅਤ 'ਚ ਕੋਈ ਬੰਦਾ ਨਹੀਂ ਹੈ ਇਸ ਪਾਰਟੀ 'ਚ ਜਾਂ ਸਰਕਾਰ 'ਚ ਜਿਹੜਾ ਉਹਨਾਂ ਨੂੰ ਇਹ ਕਹਿ ਸਕੇ ਮੈਂ ਤੁਹਾਡੀ ਮੀਟਿੰਗ ਤੈਅ ਕਰਾਉਣਾ ਚੀਫ ਮਿਨਿਸਟਰ ਨਾਲ, ਤੁਸੀਂ ਮੇਰੇ ਤੇ ਯਕੀਨ ਕਰ ਲਓ, ਆ ਗੱਲਾਂ ਮੈਂ ਬਣਾਉਂਗਾ ਤੇ ਤੁਸੀਂ ਅੱਜ ਆ ਨਾ ਕਰੋ। ਇਹੋ ਜਿਹਾ ਕੋਈ ਬੰਦਾ ਨਹੀਂ ਹੈ ਜਿਹੜਾ ਇਸ ਪੱਧਰ ਤੇ, ਔਰ ਤੁਹਾਡੇ ਯਾਦ ਹੋਣਾ ਕਿ ਲੋਕ ਭਰੋਸਾ ਕਰਨਾ ਛੱਡ ਕੇ ਜਿਹੜਾ ਇਹੋ ਜਿਹਾ ਇਕੱਲਾ ਬੰਦਾ ਹੁੰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਇੱਥੇ ਅਸੈਂਬਲੀ ਦੇ ਮੂਹਰੇ ਕੁਲਦੀਪ ਧਾਲੀਵਾਲ ਆ ਕੇ ਮਿਲੇ ਸੀ, ਉਹਨਾਂ ਨੇ ਕਿਹਾ ਮੈਂ ਮੀਟਿੰਗ ਕਰਾਉਂਗਾ ਚੀਫ ਮਿਨਿਸਟਰ ਨਾਲ, ਉਹ ਮਿਲ ਨਹੀਂ ਆਏ ਸੀ, ਜੇ 10 ਮਿੰਟ ਇੱਥੇ ਹੀ ਮਿਲ ਲੈਂਦੇ ਤਾਂ ਕੋਈ ਗੱਲ ਨਹੀਂ, ਮੁੜ ਕੇ ਮੀਟਿੰਗ ਨਹੀਂ ਹੋਈ, ਚੀਫ ਮਿਨਿਸਟਰ ਨਾਲ ਮੀਟਿੰਗ ਨਹੀਂ ਹੋ ਸਕੀ। ਉਹ ਬਾਰ-ਬਾਰ ਇਸੇ ਤੋਂ ਅੱਕੇ ਕਦੇ ਕਿਤੇ ਕਦੇ ਜਲੰਧਰ ਫਿਰੇ, ਕਦੇ ਕਿਤੇ ਵੀ, ਜਦ ਚੀਫ ਮਿਨਿਸਟਰ ਮੀਟਿੰਗ ਨਹੀਂ ਦਿੰਦਾ, ਮੰਤਰੀ ਨੇ ਵਾਅਦਾ ਵੀ ਕੀਤਾ ਹੋਇਆ, ਤੇ ਇਹਦਾ ਮਤਲਬ ਚੀਫ ਮਿਨਿਸਟਰ ਵੀ ਆਪਣੇ ਬੰਦਿਆਂ ਨੂੰ ਫਿਰ ਛੋਟੇ ਬਣਾ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਭੇਜਦੇ ਹੋ ਗੱਲ ਕਰਨ, ਉਹਦੀ ਜ਼ੁਬਾਨ ਦੀ ਕਦਰ ਵੀ ਤਾਂ ਕਰਨੀ ਪਏਗੀ ਤੁਹਾਨੂੰ। ਜੇ ਕੋਈ ਵਾਅਦਾ ਕਰਕੇ ਆਇਆ, ਜੇਕਰ ਕੋਈ ਗੱਲ ਕਰਕੇ ਆਇਆ ਕਿ ਹਾਂ ਮੈਂ ਇੱਥੇ ਕਮਿਟਮੈਂਟ, ਲੋਕਾਂ ਨੂੰ ਤਾਂ ਲੱਗੇ ਕਿ ਚੀਫ ਮਿਨਿਸਟਰ ਨੇ ਭੇਜਿਆ ਹੋਇਆ, ਇਹਦੀ ਗੱਲ 'ਚ ਕੋਈ ਵਜਨ ਹੈ, ਕੋਈ ਚੀਜ਼ ਲੈ ਕੇ ਆਇਆ, ਦੂਜੇ ਤਾਂ ਫਿਰ ਮਤਲਬ ਨਹੀਂ ਬਚਣਾ ਕੋਈ। ਤੀਜੀ ਗੱਲ, ਐਡੇ ਕਿਹੜੇ ਕੱਦ ਦਾ ਬੰਦਾ ਕੋਈ ਜਿਹੜਾ ਕਿਸਾਨੀ 'ਚ ਬੈਠ ਕੇ, ਬਿਨਾਂ ਸ਼ੱਕ ਨਵੀਂ ਪਾਰਟੀ ਹੈ, ਚੰਗੀ ਗੱਲ ਹੈ, ਬਹੁਤ ਸਾਰੇ ਨਵੇਂ ਸੱਜਣ ਆ ਗਏ, ਪਰ ਉਹਨਾਂ ਦਾ ਨਾ ਪੋਲੀਟੀਕਲ ਐਕਸਪੀਰੀਅੰਸ ਹੈ, ਨਾ ਕਿਸੇ ਮੂਵਮੈਂਟਾਂ ਦਾ ਐਕਸਪੀਰੀਅੰਸ ਹੈ, ਨਾ ਕਿਸੇ ਹੋਰ ਗੱਲ ਦਾ, ਉਹ ਇਸ ਰੂਪ ਦੇ ਵਿੱਚ ਆ ਗਏ। ਸਧਾਰਨ ਬੰਦੇ ਸੀ ਜਿਹੜੇ ਲੋਕਲ ਕਿਸਾਨ ਜਥੇਬੰਦੀਆਂ ਦਾ ਬਲਾਕ ਪ੍ਰਧਾਨ ਵੀ ਨਹੀਂ ਸੀ ਬਣ ਸਕਦਾ, ਉਹ ਐਮਐਲਏ ਬਣ ਗਏ, ਬਾਕੀ ਦੀਆਂ ਚੀਜ਼ਾਂ ਹੋ ਗਈਆਂ। ਔਰ ਇਸ ਲਈ ਕਿਸਾਨਾਂ ਨੂੰ ਅਜੇ ਲੀਡਰ ਲੱਗਦੇ ਹੀ ਨਹੀਂ ਹੈ, ਕਿਸਾਨ ਲੀਡਰ ਨੂੰ ਉਹ ਬੰਦਾ ਨਹੀਂ, ਲੀਡਰ ਨਹੀਂ ਲੱਗਦਾ। ਆਪਣਾ ਕਿਸੇ ਨੇ 30 ਸਾਲ, ਕਿਸੇ ਨੇ 25 ਸਾਲ, ਕਿਸੇ ਨੇ 40 ਸਾਲ ਲਾਤੇ ਨੇ ਨਾ ਇੱਕ ਤਗੜੇ ਮੂਵ ਵਿੱਚ, ਤਾਂ ਉਹਨੂੰ ਇਹ ਕੌਨਫੀਡੈਂਸ ਵੀ ਹੋਣਾ ਚਾਹੀਦਾ, ਭਰੋਸਾ। ਹਾਂ, ਜਾਂ ਤੁਸੀਂ ਟ੍ਰੇਨ ਕਰਦੇ, ਜਿਹੜੇ 92 ਚੁਣੇ ਗਏ ਉਹਨਾਂ ਦੀ ਕੋਈ ਟ੍ਰੇਨਿੰਗ ਹੋਈ, ਉਹਨਾਂ ਨੂੰ ਕੋਈ ਪੋਲੀਟੀਕਲ ਐਡਵਾਈਸ ਕੀਤਾ ਗਿਆ, ਕਦੇ ਮੀਟਿੰਗ ਹੋਈ ਸੀਐਲਪੀ ਗਰੁੱਪ ਦੀ, ਔਰ ਸਵਾ ਸਾਲ ਹੋ ਗਿਆ, ਕਿੰਨੀਆਂ ਮੀਟਿੰਗਾਂ ਹੋਈਆਂ, ਕਿੰਨੇ ਟਿਪਸ ਤੇ ਕੋਈ ਗੱਲਾਂ ਉਹਨਾਂ ਨੂੰ ਦੱਸੀਆਂ ਗਈਆਂ ਕਿ ਆਹ ਕਰਨੀਆਂ ਨੇ, ਕਿੰਨੇ ਵਾਰ ਵਿਧਾਨ ਸਭਾ 'ਚ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਤੇ ਚਰਚਾ ਕਰਾ ਕੇ ਉਹਨਾਂ ਨੂੰ ਥੋੜਾ ਜਿਹਾ ਇਹਦੇ ਲਈ ਫੈਮਿਲੀਅਰ ਕੀਤਾ ਗਿਆ ਕਿ ਉਹ ਜਾਣ ਸਕਣ ਕਿ ਆਹ ਗੱਲਾਂ ਨੇ, ਅਸਲ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ। ਪਾਰਟੀ ਤਾਂ ਕੋਈ ਹੈ ਹੀ ਨਹੀਂ, ਖੈਰ ਪਾਰਟੀ ਦੀ ਤਾਂ ਕੋਈ ਮੈਂਬਰਸ਼ਿਪ ਹੁੰਦੀ ਹੈ, ਹੇਠੋਂ ਕੋਈ ਪ੍ਰਧਾਨ ਬਣਦਾ, ਪਿੰਡ ਦਾ ਕੋਈ, ਬਲਾਕ ਦਾ ਕੋਈ, ਹੋਰ ਇੱਥੇ ਨੋਮੀਨੇਸ਼ਨਾਂ ਨੇ, ਹੁਣ ਇੱਕ ਵਰਕਿੰਗ ਪ੍ਰਧਾਨ ਬਣਾਤਾ, ਕੁਝ ਹੋਰ ਬਣਾਤਾ। ਪਰ ਜੇ ਉਹਦੇ ਕੋਲ ਪਾਵਰ ਹੋਏਗੀ ਤਾਂ ਹੈ, ਤੇ ਨਾਲ ਉਹਨੂੰ ਇੱਕ ਐਕਸਰਸਾਈਜ਼ ਦੇ ਵਿੱਚੋਂ ਲੰਘਣਾ ਪਊਗਾ, ਨੈਗੋਸ਼ੀਏਟਿੰਗ ਟੇਬਲ ਤੇ ਜਾਣਾ ਪਊ, ਗੱਲਾਂ ਬਾਤਾਂ ਕਰਨਾ ਪਏਗਾ, ਔਰ ਉਹ ਵੀ ਬੰਦੇ ਉਹ ਚਾਹੀਦੇ ਨੇ ਜਿਹਦੀ ਸਰਕਾਰੀ ਵੀ ਤੇ ਉਹ ਕਿੱਤੇ ਬਾਰੇ ਵੀ ਜਾਣਦੇ ਹੋਣ, ਜਿਹਦੇ ਬਾਰੇ ਤੁਸੀਂ ਗੱਲ ਕਰਨ ਚੱਲੇ ਉਹ ਕਹਿ ਸਕਦੇ ਹੋਣ ਕਿ ਆਹ ਚੀਜ਼ਾਂ ਨੇ। ਜਾਂ ਫਿਰ ਮੈਚੁਰ ਬਿਊਰੋਕਰੇਟ ਨੂੰ ਤੋੜਦੇ ਹੋ, ਜਾਂ ਫਿਰ ਇਦੋਂ ਪਹਿਲਾਂ ਇੱਕ ਮਨਿੰਦਰ ਸਿੰਘ ਉਹਨਾਂ ਨੇ ਤੋੜਿਆ ਸੀ, ਤੁਸੀਂ ਮੇਨ ਇੰਟੈਲੀਜੈਂਸ ਦੇ ਬੰਦੇ ਇੱਕ ਦੋ ਅਫਸਰ ਲਾਏ ਹੁੰਦੇ ਸੀ ਇਹੋ ਜਿਹੇ ਜਿਹੜੇ ਕਿਸਾਨੀ ਨਾਲ ਲੈਜਨਿੰਗ ਰੱਖਦੇ ਸੀ, ਹੁਣ ਉਹ ਵੀ ਰਿਟਾਇਰ ਹੋ ਗਏ। ਤੇ ਹੁਣ ਬੰਦਾ ਜਾਂ ਤਾਂ ਤੁਸੀਂ ਇਹਨਾਂ ਚੋਂ ਲੱਭੋ ਕੋਈ, ਨਾ ਇੱਧਰ ਲੱਭਦਾ ਕੋਈ ਆਫੀਸਰ ਰੈਂਕ ਦੇ ਵਿੱਚ ਉਹੋ ਜਿਹੇ ਬੰਦੇ, ਤੇ ਨਾ ਕੋਈ ਪਾਰਟੀ 'ਚ ਲੱਭਦਾ, ਤੇ ਨਾ ਪੋਲੀਟੀਕਲ ਜਿਹੜੀ ਹਾਇਰਾਰਕੀ ਬਿਊਰੋ ਇਹਨਾਂ ਦੀ ਮਿਨਿਸਟਰੀ ਦੀ ਉਹਦੇ 'ਚ ਲੱਭਦਾ, ਤਾਂ ਗੱਲ ਚੱਲੂਗੀ ਕਿਵੇਂ? ਗੱਲ ਤਾਂ ਇਹ ਖੜੀ ਉਹ ਦਿਖਾਈ ਦੇ ਰਹੀ ਹੈ ਖਲਾ, ਇੱਕ ਅਪਰੋਚ ਦਾ ਖਲਾ, ਇੱਕ ਇਸ ਪੱਧਰ ਦਾ ਖਲਾ ਕਿ ਤੁਸੀਂ ਜਾ ਕੇ ਗੱਲ ਹੀ ਕਰ ਸਕਦੇ ਹੋ, ਘੱਟੋ ਘੱਟ ਕੁਝ ਸਮੇਂ ਲਈ ਕੋਈ ਚੀਜ਼ ਪੈਸੀਫਾਈ ਕਰ ਸਕਦੇ ਹੋ। ਜੀ ਸਰਦਾਰ ਜਗਤਾਰ ਸਿੰਘ ਜੀ, ਜਦੋਂ ਪੰਜਾਬ ਦਾ ਸੁਭਾਅ ਹੈ ਨਾ, ਜਦੋਂ ਕੋਈ ਮੂਵਮੈਂਟ ਉੱਠਦੀ ਹੈ ਤਾਂ ਜਸਟ ਇੱਕ ਕੋਈ ਚੰਗਿਆੜੀ ਹੁੰਦੀ ਹੈ ਜਿਹੜੀ ਹਰ ਤਰ੍ਹਾਂ ਘੇਰੇ 'ਚ ਲੈ ਲੈਂਦੀ ਹੈ ਮਾਮਲਿਆਂ ਨੂੰ। ਮੈਂ ਇਹ ਸਮਝਣਾ ਚਾਹੁੰਦਾ ਹਾਂ ਤੁਹਾਡੇ ਕੋਲੋਂ ਕਿ ਕੀ ਇਸ ਮੌਕੇ ਤੇ ਜੋ ਅਸੀਂ ਦੇਖ ਰਹੇ ਹਾਂ ਇਹ 24 'ਚ ਕਾਫੀ ਮੁਸ਼ਕਲ ਪੈਦਾ ਕਰ ਸਕਦਾ ਆਮ ਆਦਮੀ ਪਾਰਟੀ ਦੀ ਸੱਤਾਧਾਰੀਆਂ ਲਈ? ਕਿ ਇਸ ਤਰ੍ਹਾਂ ਦੀ ਕਿਸੇ ਮੂਵਮੈਂਟ ਦੇ ਵਿੱਚੋਂ ਲੋਕਾਂ ਦਾ ਉਬਾਲ, ਖਾਸ ਤੌਰ ਤੇ ਮਾਲਵਾ ਖਿੱਤਾ ਲਹਿਰਾਂ ਪੈਦਾ ਕਰ ਦਿੰਦਾ। ਮਾਲਵਾ ਖਿੱਤਾ ਸੱਤਾ ਦੇ ਖਿਲਾਫ ਖੜਨ ਵਾਲਾ ਸਭ ਤੋਂ
ਜਰਖੇਜ਼ ਖਿੱਤਾ ਹੈ ਔਰ ਇੱਥੋਂ ਫੈਸਲੇ ਹੁੰਦੇ ਨੇ ਔਰ ਇੱਥੋਂ ਹੀ ਆਮ ਆਦਮੀ ਪਾਰਟੀ ਨੂੰ ਸੀਟਾਂ ਮਿਲਦੀਆਂ ਨੇ ਤੇ ਇੱਥੋਂ ਹੀ ਜੇਕਰ ਹੋਰ ਵੀ ਕੋਈ ਆਪਾਂ ਬਦਲ ਦੇਖਦੇ ਹਾਂ, ਸਿਮਰਨਜੀਤ ਸਿੰਘ ਮਾਨ ਦੇ ਦੌਰ ਦਾ ਜ਼ਿਕਰ ਕਰ ਲਈਏ, ਸੋ ਕੋਈ ਵੀ ਇੱਕ ਚਿਣਗ, ਇੱਕ ਭਾਂਬੜ, ਇੱਕ ਚਿੰਗਾਰੀ ਭਾਂਬੜ ਬਣ ਸਕਦੀ ਹੈ, ਲੇਕਿਨ ਕੁਝ ਵੀ ਨਵੇਂ ਤੋਂ ਨਵਾਂ ਹੋ ਸਕਦਾ ਹੈ। ਔਰ ਜੇਕਰ ਸੰਗਠਨ ਦੇ ਰੂਪ ਦੇ ਵਿੱਚ ਐਮਐਲਏਸ ਦੀ ਆਪਣੀ ਹੋਂਦ-ਹਸਤੀ ਦੇ ਰੂਪ 'ਚ ਆਮ ਆਦਮੀ ਪਾਰਟੀ ਵਿਸਥਾਰ ਨਹੀਂ ਲੈਂਦੀ ਤਾਂ ਕੱਲ ਨੂੰ ਉਸ ਤਰ੍ਹਾਂ ਦੀ ਕਿਸੇ ਲਹਿਰ ਨੂੰ, ਕਿਸੇ ਮੂਵਮੈਂਟ ਨੂੰ, ਕਿਸੇ ਅੰਦੋਲਨ ਨੂੰ ਨਜਿੱਠਣਾ ਇਹਨਾਂ ਲਈ ਔਖਾ ਹੋ ਜਾਊ। ਇਤਿਹਾਸ ਇਹ ਹੈ ਕਿ ਜਿਹੜੀ ਚਿੰਗਾੜੀ ਹੈ ਨਾ, ਉਹ ਅੱਗੇ ਤਾਂ ਮਾਝੇ 'ਚ ਉੱਠਿਆ ਕਰਦੀ ਸੀ ਤੇ ਜਦੋਂ ਉਹ ਪਹੁੰਚਦੀ ਸੀਗੀ ਮਾਲਵੇ ਦੇ ਵਿੱਚ, ਉਹ ਭਾਪੜ ਬਣ ਜਾਂਦੀ ਸੀ। ਇੱਥੋਂ ਪੁਸ਼ ਅਲਟੀਮੇਟਲੀ ਮਾਝੇ 'ਚੋਂ ਆਪਣੇ ਮਾਲਵੇ 'ਚੋਂ ਲੱਗਦੀ ਸੀਗੀ। ਤੁਸੀਂ ਪਿਛਲੀ ਕਿਸਾਨ ਆਪਣੇ ਉਗਰਾਹਾਂ ਗਰੁੱਪ ਨੇ ਜਿਸ ਢੰਗ ਨਾਲ ਮੈਂ ਪਹਿਲਾਂ ਕਿਹਾ ਕਿ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਦੀ, ਉਹ ਅਗਲਾ ਕਲਾਸਿਕ ਹੈ, ਐਨ ਮਾਸ ਸਪੋਰਟ ਕੀਤੀ ਸੀਗੀ, ਉਹ ਪੁਸ਼ ਹੈ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ, ਹੁਣ ਤੁਸੀਂ ਦੁਖਦਾਈ ਖਬਰ ਇੱਕ ਦੱਸੀ ਹੈ, ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤੇ ਐਲਾਨ ਹੋ ਗਿਆ ਉੱਥੇ। ਤੇ ਇਹ ਜਿਹੜੀ ਗੱਲ ਮੈਂ ਕੀਤੀ ਸੀ ਵੀ ਇਹਦੀ ਖਬਰ ਪੱਟੀ ਜਾ ਰਹੀ ਹੈ, ਮੈਨੂੰ ਲੱਗਦਾ ਹੁਣ ਪੱਟੀ ਗਈ ਹੈ। ਸੋ ਇਹ ਚੰਗਿਆੜੀ ਇੱਕ ਲੱਗ ਗਈ ਹੈ। ਸੋ ਇਹ ਸਿਚੁਏਸ਼ਨ ਸਰਕਾਰਾਂ ਨੂੰ ਹਮੇਸ਼ਾ ਹੀ ਅਵੋਇਡ ਕਰਨੀ ਚਾਹੀਦੀ ਹੈ। ਹਮੇਸ਼ਾ ਇੱਕ ਸਿਸਟਮ ਹੈ ਸਰਕਾਰਾਂ ਦਾ, ਹੁਣ ਤੱਕ ਰਿਹਾ ਹੈ, ਹੁਣ ਦਾ ਮੈਨੂੰ ਪਤਾ ਨਹੀਂ ਹੈ ਕਿ ਨਹੀਂ, ਇਨਫਾਰਮਲ ਚੈਨਲਸ ਪੋਲੀਟੀਕਲ ਲੈਵਲ ਤੇ ਵੀ ਤੇ ਬਿਊਰੋਕ੍ਰੈਟਿਕ ਲੈਵਲ ਤੇ ਵੀ ਕੰਮ ਕਰ ਰਹੀਆਂ ਹੁੰਦੀਆਂ ਤੇ ਮੇਨ ਲੀਡਰ ਦੇ ਨਾਲ ਰਾਬਤਾ ਅਕਸਰ ਰਹਿੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਢੰਗ ਨਾਲ ਕੋਈ ਸਿਸਟਮ ਬਣਾ ਕੇ ਸ਼ੋਅਡਾਊਨ ਅਲਟੀਮੇਟਲੀ ਅਵਾਇਡ ਕੀਤਾ ਜਾਵੇ, ਜਾਂ ਜੇ ਕੋਈ ਐਜੂਟੇਸ਼ਨ ਹੋਣੀ ਵੀ ਹੈ ਉਹ ਥੋੜੀ ਜਿਹੀ ਲੋਟ ਉਹਨੂੰ ਕਰਵਾ ਲਈ ਜਾਵੇ। ਇਹ ਲੈਣ ਦੇਣ ਦੋਵਾਂ ਪਾਸੇ ਚੱਲਦਾ ਹੁੰਦਾ, ਸਿੰਗਲ ਨਹੀਂ ਹੁੰਦਾ, ਲੇਕਿਨ ਉਹ ਸਿਸਟਮ ਬਣਿਆ ਹੁੰਦਾ, ਮੈਨੂੰ ਲੱਗਦਾ ਉਹ ਹੈ ਨਹੀਂ ਹੈ। ਜਿਸ ਢੰਗ ਨਾਲ ਸਿਚੁਏਸ਼ਨ ਪ੍ਰਵੋਕ ਹੋਈ ਹੈ ਉਹ ਤੋਂ ਲੱਗਦਾ ਹੈ ਕਿ ਉਹ ਸਿਸਟਮ ਹੈ ਹੀ ਨਹੀਂਗਾ। ਤੇ ਮੰਤਰੀ ਕੋਈ ਵੀ ਮੇਰੇ ਖਿਆਲ ਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਨਹੀਂ ਹੈ ਕਿ ਉਹ ਆਪਣੇ ਆਪ ਕੋਈ ਚੈਨਲ ਖੋਲ ਸਕੇ ਜਾਂ ਕੋਈ ਇਨੀਸ਼ੀਏਟਿਵ ਲੈ ਸਕੇ। ਆਪਾਂ ਪਹਿਲਾਂ ਗੱਲ ਕੀਤੀ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਲਗਾਤਾਰ ਐਕਟਿਵ ਸੀਗੇ, ਹੁਣ ਮੈਨੂੰ ਲੱਗਦਾ ਉਹ ਓਵਰ ਐਕਟਿਵ ਹੋ ਗਏ ਤੇ ਉਹਨਾਂ ਦੇ ਵਿੰਗਸ ਕਲਿੱਪ ਕਰ ਦਿੱਤੇ ਗਏ ਔਰ ਆਰਾਮ ਨਾਲ ਘਰ ਬੈਠ ਗਏ। ਹੋਰ ਕੋਈ ਉਸ ਤੋਂ ਬਾਅਦ ਉੱਠਿਆ ਹੀ ਨਹੀਂ ਜਿਹੜਾ ਪੋਲੀਟੀਕਲ ਇਨੀਸ਼ੀਏਟਿਵ ਲੈ ਸਕੇ। ਗੱਲ ਇਹ ਨਹੀਂ ਹੁੰਦੀ ਕਿ ਕੋਈ ਬੰਦਾ ਸੀਐਮ ਨੂੰ ਥ੍ਰੈਟ ਪੋਜ਼ ਕਰ ਰਿਹਾ, ਨਹੀਂ, ਉਹ ਸਿਸਟਮ ਨੂੰ ਸਟਰੈਂਥਨ ਕਰਨ ਵਾਲੀ ਗੱਲ ਹੁੰਦੀ ਹੈ। ਜੇ ਟੀਮ ਵਰਕ ਨਹੀਂ ਹੈ ਫਿਰ ਸਰਕਾਰਾਂ ਦਾ ਇੱਕ ਬੰਦੇ ਦੇ ਆਸੇ ਪਾਸੇ ਘੁੰਮਣਾ ਇਕੱਲੇ ਸੀਐਮ ਦੇ, ਉਹ ਕਈ ਵਾਰੀ ਖਤਰਨਾਕ ਹੁੰਦਾ ਹੈ। ਉਹਦੇ ਵਿੱਚੋਂ ਆਈਸੋਲੇਸ਼ਨ ਆ ਜਾਂਦੀ ਹੈ ਤੇ ਲੋਕਾਂ ਨੂੰ ਤੁਸੀਂ ਅਲੱਗ ਥਲੱਗ ਹੋ ਜਾਂਦੇ ਹੈ। ਹੁਣ ਜਿਹੜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸਿਸਟਮ ਬਣ ਰਿਹਾ, ਇਹ ਅਲਟੀਮੇਟਲੀ 2014 ਦੀ ਆਪਾਂ ਗੱਲ ਕਰ ਰਹੇ ਸੀਗੇ ਤੇ ਮੈਨੂੰ ਫਿਰ ਮੁੜ ਕੇ ਦਿੱਲੀ ਵਾਲੇ ਸੰਘਰਸ਼ ਤੇ ਜਾਣਾ ਪੈਂਦਾ। ਉਸ ਤੋਂ ਬਾਅਦ ਵੀ ਇੱਕ ਬਹੁਤ ਵੱਡੀ, ਮੈਂ ਪਹਿਲਾਂ ਗੱਲ ਕੀਤੀ ਹੈ ਕਿ ਲੱਗਦਾ ਸੀਗਾ ਕਿ ਪੰਜਾਬ ਦੀ ਸਿਆਸਤ ਨੂੰ ਇਹ ਸੰਘਰਸ਼ ਡਿਕਟੇਟ ਕਰੇਗਾ ਜੇ ਨੈਸ਼ਨਲ ਲੈਵਲ ਤੇ ਉਹਨਾਂ ਇੰਪੈਕਟ ਨਹੀਂ ਪੈ ਸਕਦਾ, ਲੇਕਿਨ ਪੰਜਾਬ ਦੇ ਸਿਸਟਮ ਨੂੰ ਵੀ ਡਿਕਟੇਟ ਨਹੀਂ ਕਰ ਸਕਿਆ। ਇਸ ਸੰਘਰਸ਼ ਦੀ ਤਾਕਤ ਖਿੰਡ ਪਾਉਣ ਗਈ ਸਾਰੀ। ਹੁਣ ਵੀ ਸਿਚੁਏਸ਼ਨ ਉੱਥੇ ਹੀ ਖੜੀ ਹੈ। ਇਹ 2024 ਦੇ ਵਿੱਚ ਜਿਹੜਾ ਲੋਕਾਂ ਦਾ ਗੁੱਸਾ ਹੈ ਉਹ ਕਿਸ ਪਾਸੇ ਚੈਨਲਾਈਜ਼ ਹੋਏਗਾ ਅਲਟੀਮੇਟਲੀ, ਤੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਲੱਗਣਾ ਹੈ ਨਾ। ਉਸ ਕਰਕੇ ਉਹ ਗੁੱਸਾ, ਉਹ ਵੋਟਾਂ ਜਦੋਂ ਟ੍ਰਾਂਸਲੇਟ ਹੁੰਦਾ ਹੈ ਤਾਂ ਕਿਸੇ ਪਾਰਟੀ ਨੂੰ ਵੋਟਾਂ ਪੈਣੀਆਂ। ਪਾਰਟੀਆਂ ਲੈ ਦੇ ਕੇ ਆਪੋਜੀਸ਼ਨ ਦੇ ਵਿੱਚ ਦੋ ਹੈ, ਕਾਂਗਰਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ। ਚਾਇਸ ਦੋਵਾਂ ਦੇ ਵਿੱਚ ਹੈ ਕਿ ਇਹ ਦੋ ਪਾਰਟੀਆਂ ਇਹਨਾਂ ਕਿਸਾਨਾਂ ਨੂੰ ਕੋਈ ਆਫਰ ਦੇ ਰਹੀ ਹੈ ਕਿ ਉਹ ਸਪੋਰਟ ਉਹਨਾਂ ਨੂੰ ਕਰ ਦੇਣ। ਗੱਲੀ ਬਾਤੀ ਨਹੀਂ ਗੱਲ ਹੋਇਆ ਕਰਦੀ। ਇਹ ਦੋਵੇਂ ਪਾਰਟੀਆਂ ਇਸ ਸਿਸਟਮ ਤੋਂ ਹੁਣ ਤੱਕ ਕੱਟ ਆਫ ਹੈਗੀ। ਇਹ ਗੁੱਸਾ ਲੋਕਾਂ ਦਾ ਆਪਣੇ ਥਾਂ ਤੇ ਹੁੰਦਾ। ਲੋਕਾਂ ਨੇ ਪਹਿਲਾਂ ਗੁੱਸੇ ਦੇ ਵਿੱਚ ਇਹ ਦੋਵੇਂ ਪਾਰਟੀਆਂ ਨੂੰ ਅਲਟੀਮੇਟਲੀ ਰਿਜੈਕਟ ਕੀਤਾ ਸੀਗਾ। ਉਹਦੇ ਚ ਆਮ ਆਦਮੀ ਜਿਹੜੀ 92 ਸੀਟਾਂ ਦਾ ਆਉਣਾ ਹੈ ਨਾ, ਜੇ 60-65 ਸੀਟਾਂ ਆਉਂਦੀਆਂ ਫਿਰ ਆਪਾਂ ਨਹੀਂ ਸੀ ਕਹਿ ਸਕਦੇ ਬਈ ਰਿਜੈਕਟ ਕੀਤਾ ਹੈ। ਜਿਹੜੀਆਂ 92 ਸੀਟਾਂ ਹੈ ਉਹ ਗੁੱਸੇ ਦੀ ਇੱਕ ਆਊਟਪੁੱਟ ਸੀਗੀ। ਗੁੱਸੇ ਕਰਕੇ ਉਹਨਾਂ ਨੇ ਦੋ ਪਾਰਟੀਆਂ ਪੂਰੀ ਤਰ੍ਹਾਂ ਰਿਜੈਕਟ ਕਰਤੀਆਂ। ਹੁਣ ਜੇ ਉਹੀ ਗੁੱਸਾ ਫਿਰ ਭੜਕਦਾ, ਹੁਣ ਉਹ ਚੈਨਲਾਈਜ਼ ਕਿਹੜੇ ਪਾਸੇ ਹੋਏਗਾ, ਹਾਲੇ ਕੁਝ ਗੱਲ ਕਲੀਅਰ ਪਿਕਚਰ ਐਮਰਜ ਹੋਣ ਦੇ ਵਿੱਚ ਟਾਈਮ ਲੱਗੇਗਾ। ਬਿਲਕੁਲ ਠੀਕ ਹੈ, ਅਜੇ ਤੱਕ ਕੁਝ ਨਹੀਂ ਹੈ, ਲੇਕਿਨ ਪੰਜਾਬ ਦੀ
ਹਿਸਟਰੀ ਇੰਜ ਦੀ ਹੈ ਕਿ ਅਚਨਚੇਤੀ ਕਈ ਕੁਝ ਵਾਪਰ ਜਾਂਦਾ ਹੁੰਦਾ ਹੈ, ਔਰ ਅਚਨਚੇਤੀ ਚੀਜ਼ਾਂ 2014 ਦੇ ਵਿੱਚ ਆਮ ਆਦਮੀ ਪਾਰਟੀ, ਸਿਮਰਨਜੀਤ ਸਿੰਘ ਮਾਨ 89, ਉਹ ਸਾਰੀਆਂ ਚੀਜ਼ਾਂ ਸਰਦਾਰ ਹਰਮੀਤ ਸਿੰਘ ਜੀ, ਮੈਂ ਲਾਸਟ ਵਿੱਚ, ਕਿਉਂਕਿ ਅਸੀਂ ਮੁੱਖ ਮੰਤਰੀ ਵੱਲੋਂ ਜਿਹੜੀ 5 ਲੱਖ ਵਾਲੀ ਅਨਾਉਂਸਮੈਂਟ ਆ ਉਹਨੂੰ ਛੱਡ ਦਈਏ, ਮੈਂ ਚਾਹੁੰਦਾ ਕਿ ਅਸੀਂ ਇੱਕ ਤਾਂ ਜਿਹੜੀ ਚੀਫ ਜਸਟਿਸ ਆਫ ਇੰਡੀਆ ਵੱਲੋਂ ਇੱਕ ਟਿੱਪਣੀ ਹੈ ਔਰ ਐਡੀਸ਼ਨਲ ਸੋਲਿਸਿਟਰ ਜਨਰਲ ਆਫ ਇੰਡੀਆ ਤੁਸ਼ਾਰ ਮਹਿਤਾ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੈ, ਕਨਵਰਸੇਸ਼ਨ ਹੈ, ਉਹਦਾ ਜ਼ਿਕਰ ਬੜਾ ਜ਼ਰੂਰੀ ਹੈ। ਔਰ ਇੱਕ ਜਿਹੜੀ ਚੀਜ਼ ਮੈਂ ਥੋੜੀ ਜਿਹੀ ਬਹੁਤ ਸੰਖੇਪ ਸ਼ਬਦਾਂ 'ਚ ਚਾਹੂੰਗਾ ਵੀ ਤੁਸੀਂ ਐਕਸਪਲੇਨ ਕਰ ਦਿਓ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਆਪਸ ਵਿੱਚ ਇੱਕ ਕੰਪੀਟੀਸ਼ਨ, ਮੁਕਾਬਲਾ ਚੱਲਦਾ ਰਹਿੰਦਾ ਕਿ ਵੱਡਾ ਕੌਣ, ਤਾਕਤ ਕਿਹਦੀ ਜ਼ਿਆਦਾ, ਕਿਹੜਾ ਜ਼ਿਆਦਾ ਲੋਕ ਪ੍ਰਵਾਨਗੀ ਵਾਲਾ। ਕਿਸੇ ਸਮੇਂ ਸਿਰਫ ਰਾਜੇਵਾਲ ਸਾਹਿਬ ਦਾ ਚਿਹਰਾ ਬਹੁਤ ਵੱਡਾ ਸੀ, ਔਰ ਸੰਗਠਨ ਦੇ ਨਜ਼ਰੀਏ ਤੋਂ ਤੇ ਸੰਗਠਨ ਦੀ ਤਾਕਤ ਦੇ ਨਜ਼ਰੀਏ ਤੋਂ ਜੋਗਿੰਦਰ ਸਿੰਘ ਅਗਰਾਹਾਂ ਬਹੁਤ ਵੱਡੇ ਸੀ। ਸੋ ਇਹ ਦੋ ਟਿਕਰੀ ਤੇ ਸਿੰਘੂ ਦੇ ਉੱਤੇ ਦੋਨਾਂ ਦੇ ਚਿਹਰੇ ਦੇਖੇ ਜਾਂਦੇ ਸੀਗੇ। ਹੁਣ ਰਾਜੇਵਾਲ ਥੋੜੇ ਜਿਹੇ ਪਿੱਛੇ ਚਲੇ ਗਿਆ। ਜਿਹੜੀ ਇਹ ਸਟਰਗਲ ਹੈਗੀ ਆ, ਇਹ ਸਟਰਗਲ ਫਾਈਟ ਜਿਹੜੀ ਹੈਗੀ, ਇਹਦੇ ਵਿੱਚੋਂ ਕੀ ਸਰਵਣ ਸਿੰਘ ਪੰਧੇਰ ਜਾਂ ਬਾਕੀ ਲੋਕ ਚਿਹਰਾ ਬਣਾ ਜਾਣਗੇ? ਜਿਹੜੇ ਬਾਕੀ ਲੋਕ ਨੇ ਜਿਨ੍ਹਾਂ ਦੇ ਵਿੱਚ ਉਗਰਾਹਾਂ ਵਾਲੇ ਦੂਜੇ ਬੰਦੇ ਨੇ, ਔਰ ਖਾਸ ਤੌਰ ਤੇ ਜਿਹੜਾ ਕਿਸਾਨ ਸੰਯੁਕਤ ਕਿਸਾਨ ਮੋਰਚਾ ਹੈ, ਕਿ ਇਹ ਵੀ ਕਿਸੇ ਮੌਕੇ ਤੇ ਇਹਨਾਂ ਦੇ ਨਾਲ ਆ ਸਕਣਗੇ, ਜਾਂ ਇਹਨਾਂ ਦੀ ਆਪਣੀ ਈਗੋ ਹਉਮੈ ਜਿਹੜੀ ਆ ਇਹਨਾਂ ਨੂੰ ਲਾਗੇ ਨਹੀਂ ਲੱਗਣ ਦੇਗੀ? ਔਰ ਇਹ ਜਿਹੜਾ ਅੰਦੋਲਨ ਆ, ਇਹ ਸਟਰਗਲ ਆ, ਇਹ ਇਕੱਲਾ ਇਹੀ ਜਿਹੜਾ ਮਾਝੇ ਵਾਲਾ ਗਰੁੱਪ ਹੈ ਖਾਸ ਤੌਰ ਤੇ ਲੀਡ ਕਰ ਰਿਹਾ, ਤੇ ਸੰਗਰੂਰ ਵਾਲਾ ਗਰੁੱਪ ਆ ਜਿਹੜਾ ਉਗਰਾਹਾਂ ਚੋਂ ਟੁੱਟ ਗਿਆ ਸੀ, ਇਹੀ ਚੱਲਦੇ ਰਹਿਣਗੇ? ਕਿਸੇ ਜਗ੍ਹਾ ਤੇ ਜਾ ਕੇ ਇਹਨਾਂ ਦੀ ਸਰਬਸਹਿਮਤੀ ਬਣ ਸਕਦੀ ਹੈ ਤੁਹਾਨੂੰ ਲੱਗਦਾ? ਇਹ ਇੱਕ ਤਾਂ ਇਹਨੂੰ ਹਲਕੇ ਜੇ ਟੱਚ ਕਰ ਦਿਓ, ਤੇ ਦੂਜਾ ਜਿਹੜਾ ਚੀਫ ਜਸਟਿਸ ਆਫ ਇੰਡੀਆ ਵਾਲਾ ਮਾਮਲਾ। ਬਿਲਕੁਲ, ਕਈ ਵਾਰ ਬਖਰੇਵੇਂ ਜਿਹੜੇ ਨੇ ਨਾ, ਉਹ ਹਾਲਾਤ ਬਖਰੇਵਿਆਂ ਨੂੰ ਦੂਰ ਕਰਦੇ ਨੇ, ਹਾਲਾਤ ਬਖਰੇਵੇਂ ਪਾ ਵੀ ਦਿੰਦੇ ਨੇ ਬਹੁਤ ਵਾਰੀ। ਜਿਹੜਾ ਦਿੱਲੀ ਵਾਲੇ ਅੰਦੋਲਨ ਵੇਲੇ ਵੀ ਕਿਸੇ ਨੂੰ ਚਿੱਤ ਚੇਤਾ ਨਹੀਂ ਸੀ ਵੀ ਇੰਨੀਆਂ ਜਿਹੜੀਆਂ ਬੜੀਆਂ ਹੋਈਆਂ ਜਥੇਬੰਦੀਆਂ ਨੇ, ਔਰ ਕਈਆਂ ਦਾ ਤਾਂ ਟਰਮਜ ਵੀ ਆਪਸ ਦੇ ਵਿੱਚ, ਰਾਜੇਵਾਲ ਤੇ ਜੋਗਿੰਦਰ ਉਗਰਾਹਾਂ ਪਹਿਲੀ ਵਾਰ ਪਰਸਨਲੀ ਮੁਲਾਕਾਤ ਹੋਈ ਸੀ ਇਹਨਾਂ ਦੀ। ਇੰਨੇ ਸਾਲ ਤੋਂ ਇਹ ਦੋਨੋਂ ਆਪੋ ਆਪਣੀਆਂ ਜਥੇਬੰਦੀਆਂ 'ਚ ਨੇ। ਪਰਸਨਲ ਮੁਲਾਕਾਤ ਉੱਥੇ ਮੋਰਚੇ ਤੋਂ ਪਹਿਲਾਂ, ਮੋਰਚੇ ਦੇ ਜਾਣ ਦੇ ਵੇਲੇ ਪਹਿਲੀ ਵਾਰ ਹੋਈ ਸੀ। ਤੁਸੀਂ ਦੇਖੋ ਹਾਲਾਤ ਕਿੱਥੇ ਲੈ ਜਾਂਦੇ ਨੇ ਉਸ ਬਾਰੇ। ਜਾਂ ਰਾਜੇਵਾਲ ਨਹੀਂ ਇਹ ਕਹਿੰਦੇ ਸੀ ਇਹ ਕਾਮਰੇਡ ਨੇ, ਝੋਲੇ 'ਚ ਬੱਟੇ ਰੱਖਦੇ ਨੇ, ਐਵੇਂ ਲਾਠੀ ਚਾਰਜ ਕਰਾ ਦਿੰਦੇ ਨੇ। ਉਹ ਕਹਿੰਦੇ ਸੀ ਰਾਜੇਵਾਲ ਨਹੀਂ ਤਾਂ ਸਰਕਾਰ ਨਾਲ ਮਿਲ ਕੇ ਚੱਲਦੇ ਨੇ, ਤੇ ਇਹ ਤਾਂ ਜੀ ਠੀਕ ਨਹੀਂ। ਬਾਅਦ 'ਚ ਦੋਨੇ ਕਹਿੰਦੇ ਗਲਤਫਹਿਮੀਆਂ ਸੀ, ਦੋਨੋਂ ਠੀਕ ਨੇ। ਆਫਟਰ ਇੱਕ ਦੂਜੇ ਨੂੰ ਦੂਰੋਂ ਦੂਰੋਂ ਦੇਖਦੇ ਰਹੇ। ਇਸ ਲਈ ਹਾਲਾਤ ਹੁੰਦੇ ਨੇ ਜਿਹੜੇ। ਉਦੋਂ ਇਹਨਾਂ ਨੇ ਕੀ ਕੀਤਾ, ਫਿਰ ਇੱਕ ਗੱਲ ਨੂੰ ਸਮਝਿਆ ਕਿ ਸਥਿਤੀ ਨਾਜ਼ੁਕ ਹੈ, ਵੱਡੀ ਹੈ ਛੋਟੀ ਹੈ ਜਥੇਬੰਦੀ। ਉਦੋਂ ਤਾਂ ਤੁਸੀਂ ਦੇਖੋ ਜਿਹਨੇ ਸੋਸ਼ਲ ਵੈਲਫੇਅਰ ਕਮੇਟੀ ਵੀ ਬਣਾਈ ਸੀ 10 ਬੰਦਿਆਂ ਦੀ, ਉਹਨੂੰ ਵੀ ਬਰਾਬਰੀ ਦੀ ਵੋਟ ਵਾਲੀ ਵਿੱਚ ਸ਼ਾਮਲ ਕਰ ਲਿਆ। ਇੱਕ ਮੀਟਿੰਗ ਰੱਖ ਲਈ ਵੀ ਜਿਹੜਾ ਵੀ ਉੱਚ ਆ ਗਿਆ ਉਹ ਬਰਾਬਰੀ ਦਾ ਹਿੱਸੇਦਾਰ ਹੈ, ਆਓ ਜੀ ਵਿੱਚ ਸ਼ਾਮਲ ਹੋ। ਜੋ 32 ਤਾਂ ਬਣ ਗਈਆਂ ਸੀ ਫਟਾਫਟ ਜਿਹੜੀਆਂ ਇੱਕ ਆਈਆਂ। ਇਸੇ ਤਰ੍ਹਾਂ ਹੁਣ ਵੀ ਜੇ ਸਟਰਗਲ ਚੱਲਦੀ ਹੈ, ਗਵਰਨਮੈਂਟ ਉਹਦੇ ਨਾਲ ਟੱਕਰ ਲੈਂਦੀ ਹੈ ਪੂਰੇ, ਤਾਂ ਮਜਬੂਰੀ ਬਣ ਜਾਣੀ ਹੈ ਸਾਰੀਆਂ ਜਥੇਬੰਦੀਆਂ ਦੀ ਵੀ। ਔਰ ਕੁਝ ਬੜੇ ਮਾਮਲੇ ਨੇ ਜਿਨ੍ਹਾਂ ਤੇ ਜਥੇਬੰਦੀਆਂ ਕਹਿ ਵੀ ਰਹੀਆਂ ਨੇ। ਦੇਖੋ ਜੀਰੇ ਸੀ, ਜੀਰੇ ਸਾਰੀਆਂ ਜਥੇਬੰਦੀਆਂ ਨੂੰ ਜਾਣਾ ਪਿਆ, ਔਰ ਸਾਰੀਆਂ ਗਈਆਂ ਨੇ ਜੀਰੇ ਦੇ ਅੰਦੋਲਨ ਦੇ ਵਿੱਚ। ਚਾਹੇ ਅਗਵਾਈ ਉੱਥੇ ਦੀ 11 ਮੈਂਬਰੀ ਕਮੇਟੀ ਕਰਦੀ ਸੀ, ਪਰ ਉਹ ਇੱਕ ਪਲੇਟਫਾਰਮ ਮਿਲ ਗਿਆ, ਔਰ ਨਾਲ ਉਹਦੇ ਤੋਂ ਸਾਰੀਆਂ ਨੇ ਇੱਕ ਘੇਰਾ ਬਣਾਇਆ ਉੱਥੇ ਸਾਰੇ ਲੀਡਰ ਬੋਲਦੇ ਜੇ ਸੁਣੇ। ਉਸ ਤੋਂ ਬਾਅਦ ਕਿ ਪਾਣੀ ਦਾ ਮੁੱਦਾ ਜਾਂ ਗੰਧਲੇ ਪਾਣੀ ਦਾ ਮੁੱਦਾ, ਪੋਲੂਸ਼ਨ ਦਾ, ਇਕੱਲਾ ਜੀਰੇ ਦਾ ਨਹੀਂ, ਇਹ ਪੂਰੇ ਪੰਜਾਬ ਦਾ ਹੈ। ਇਸ ਲਈ ਪੰਜਾਬ ਲੈਵਲ ਤੇ ਉੱਠਣਾ ਚਾਹੀਦਾ, ਤੇ ਉਸ ਨੂੰ ਉਸ ਪਾਸੇ ਵੱਲ ਲੈ ਕੇ ਚੱਲਣ ਲੱਗੀਆਂ ਜਥੇਬੰਦੀਆਂ। ਔਰ ਫਿਰ ਇਹ ਕਿਹਾ ਬਾਗਾ ਵੱਡ ਖੋਲਣਾ ਵੀ, ਇਹ ਤਾਂ ਪੰਜਾਬ ਤਰੱਕੀ ਨਹੀਂ ਕਰੂਗਾ। ਕੁਝ ਨਾ ਥਿਓਰੈਟੀਕਲੀ ਵੀ ਇਹ ਨੇੜੇ ਆਉਂਦੇ ਜਾ ਰਹੇ ਨੇ ਕੁਝ ਇਸ਼ੂਜ਼ ਤੇ। ਦਿੱਲੀ ਵਾਲਾ ਮੋਰਚਾ ਮਿਨੀਮਮ ਡਿਮਾਂਡਸ ਤੇ ਲੱਗਿਆ ਸੀ, ਜਿੱਥੇ ਮਿਨੀਮਮ ਸਮਝੌਤਾ ਹੈ, ਬਾਕੀ ਤੁਹਾਡੇ ਵੱਖਰੇ ਅਪਰੋਚ ਹੋ ਸਕਦੀਆਂ ਨੇ। ਪਰ ਆ ਜਦੋਂ ਜਿਹੜੀਆਂ ਘੱਟੋ ਘੱਟ ਮੰਗਾਂ ਹੋਣਗੀਆਂ, ਇਹਦੇ ਤੇ ਤਾਂ ਇਕੱਠਾ ਹੋ ਸਕਦੀਆਂ ਨੇ। ਕੋਈ ਬਹੁਤ ਬੜੀ ਮੈਨੂੰ ਨਹੀਂ ਲੱਗਦੀ ਕੋਈ ਐਡੀ ਪ੍ਰੋਬਲਮ ਆਏਗੀ। ਜਿਹੜਾ ਅਲੱਗ ਰਹੂਗਾ, ਜਦੋਂ ਪੰਜਾਬ ਦੇ ਲੋਕਾਂ ਦੀ ਖਾਹਿਸ਼ ਇਹ ਹੋ ਜਾਏ ਨਾ ਵੀ ਇਹ ਅਸੀਂ ਨਹੀਂ ਤੁਹਾਡੇ ਨਾਲ, ਜਦੋਂ ਹੇਠ ਹੋਣ ਲੱਗ ਜਾਂਦੀ ਹੈ, ਤਾਂ ਜਿਹੜਾ ਅਲੱਗ ਰਹਿ ਜਾਂਦਾ ਹੈ, ਲੋਕ ਉਹਦੇ ਨਾਲ ਹੌਲੀ ਹੌਲੀ ਕਿਰਨੇ ਸ਼ੁਰੂ ਹੋ ਜਾਂਦੇ ਨੇ। ਫਿਰ ਉਹ ਮਜਬੂਰੀ 'ਚ ਨਾਲ ਆਉਂਦਾ ਹੈ ਕਿਸੇ ਨਾ ਕਿਸੇ ਰੂਪ 'ਚ। ਮੈਨੂੰ ਫਿਊਚਰ 'ਚ ਲੱਗਦਾ ਜੇ ਕੋਈ ਪੋਲੀਟੀਕਲ ਸਪੇਸ ਨਹੀਂ ਭਰਦੀ, ਤਾਂ ਕਿਸਾਨਾਂ ਨਾਲ ਇਕੱਠੇ ਹੋਣ ਦੇ ਹਾਲਾਤ ਵੀ ਉਹਨਾਂ ਨੂੰ ਮਜਬੂਰ ਕਰ ਦੇਣਗੇ ਕਿ ਇਕੱਠੇ ਹੋ ਕੇ ਕੋਈ ਨਾ ਕੋਈ ਫਾਈਟ ਕਰਨ, ਘੱਟੋ ਘੱਟ ਆਪਣੀਆਂ ਮੰਗਾਂ ਤੇ ਕਰਨ। ਪੋਲੀਟਿਕਸ ਚੋਂ ਕੀ ਨਿਕਲਦੀ ਹੈ ਨਹੀਂ ਨਿਕਲਦੀ, ਇਹ ਅਲੱਗ ਸਵਾਲ ਹੈ, ਤੇ ਜਿਹੜਾ ਕਿ ਚੈਲੰਜ ਬਣ ਸਕਦਾ। ਜਿਹੜਾ ਮਾਮਲਾ ਚੀਫ ਜਸਟਿਸ ਆਫ ਇੰਡੀਆ ਦਾ ਇੱਕ ਤਾਜ਼ਾ ਮੁੱਦਾ, ਬਾਰ-ਬਾਰ ਵੈਸੇ ਤਾਂ ਗਵਰਨਮੈਂਟ ਆਫ ਇੰਡੀਆ 'ਚ ਕਦੇ ਮਤਲਬ ਜੱਜਾਂ ਦੇ ਅਪਾਇੰਟਮੈਂਟ ਨੂੰ ਲੈ ਕੇ ਕੀ ਹੋਣਾ, ਕਾਲਜੀਅਮ ਸਿਸਟਮ ਚੱਲੇ ਨਾ ਚੱਲੇ, ਔਰ ਫਿਰ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਤੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭਰਤੀ ਕਰਨ ਵੇਲੇ
ਉਹ ਬਿੱਲ ਦੇ ਵਿੱਚੋਂ, ਡਰਾਫਟ ਬਿੱਲ ਦੇ ਵਿੱਚੋਂ ਕੱਢ ਦਿੱਤਾ ਗਿਆ ਚੀਫ ਜਸਟਿਸ ਆਫ ਇੰਡੀਆ ਦਾ ਨਾਮ। ਔਰ ਫਿਰ ਜਿਹੜੇ ਕਿਰਨ ਰਿਜੀਜੂ ਕਾਨੂੰਨ ਮੰਤਰੀ ਸੀਗੇ, ਉਹ ਬਾਰ-ਬਾਰ ਕਹਿੰਦੇ ਰਹੇ ਚੀਫ ਜਸਟਿਸ ਦੇ ਖਿਲਾਫ ਵੀ ਬੜੀਆਂ ਚੀਜ਼ਾਂ ਹੋਈਆਂ, ਟ੍ਰੋਲਿੰਗ ਵੀ ਹੋਈ। ਬੀਜੇਪੀ ਦਾ ਗਰੁੱਪ ਸੀਜੀਆਈ ਦੇ ਖਿਲਾਫ ਟ੍ਰੋਲਿੰਗ ਵੀ ਕਰਦੇ ਨੇ ਵੱਖ-ਵੱਖ ਮਾਮਲਿਆਂ ਦੇ ਉੱਤੇ ਜਿੱਥੇ ਉਹਨਾਂ ਦੀ ਇਹ ਜੱਜਮੈਂਟ। ਤੇ ਹੁਣ ਤਾਜੀ ਗੱਲ ਇਹ ਹੈ ਕਿ ਜਿਹੜੇ ਵੀ ਸਰਕਾਰ ਨੂੰ ਆਰਡਰ ਕਰਦੀ ਹੈ ਮਤਲਬ ਸੁਪਰੀਮ ਕੋਰਟ, ਜਿਹੜੇ ਵੀ ਸਰਕਾਰ ਦੁਆਰਾ ਕਾਨੂੰਨ ਬਣਦੇ ਨੇ ਜਾਂ ਐਕਸ਼ਨ ਪਰ ਉਹਨਾਂ ਦੇ, ਉਹਦੇ 'ਚ ਇੱਕ ਰਾਈਟ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਜੁਡੀਸ਼ੀਅਲ ਰਿਵਿਊ ਦਾ, ਕਿ ਇਹਨਾਂ ਗੱਲਾਂ ਨੂੰ ਰਿਵਿਊ ਕੀਤਾ ਜਾਣਾ ਚਾਹੀਦਾ, ਸਾਰੇ ਕਾਨੂੰਨ ਜਾਂ ਬਾਕੀ ਗੱਲਾਂ ਨੂੰ, ਕਿ ਕੀ ਉਹ ਸੰਵਿਧਾਨ ਦੀ ਸਪੇਟ ਦੇ ਮੁਤਾਬਕ ਨੇ। ਹੁਣ ਗਵਰਨਮੈਂਟ ਨੇ ਇੱਕ ਡਰਾਫਟ, ਲਾ ਡਿਪਾਰਟਮੈਂਟ ਨੇ ਸਟੈਂਡਰਡ ਆਪਰੇਟਿਵ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਹੈ ਉਹਦਾ ਡਰਾਫਟ ਤਿਆਰ ਕੀਤਾ। ਉਹ ਸੁਪਰੀਮ ਕੋਰਟ ਕੋਲ ਵੀ ਗਿਆ ਤੇ ਉਹ ਅਜੇ ਡਰਾਫਟ ਹੈ। ਉਸ ਡਰਾਫਟ ਦੇ ਆਧਾਰ ਤੇ ਐਡੀਸ਼ਨਲ ਸੋਲਿਸਿਟਰ ਜਨਰਲ ਨੂੰ ਚੀਫ ਜਸਟਿਸ ਆਫ ਇੰਡੀਆ ਪੁੱਛਦੇ ਨੇ ਵੀ ਇਹ ਡਰਾਫਟ ਇਹ ਕਹਿੰਦਾ ਹੈ ਕਿ ਕੱਲ ਨੂੰ ਜੁਡੀਸ਼ੀਅਲ ਰਿਵਿਊ ਦੇ ਮਾਮਲੇ 'ਚ ਜਿਹੜੇ ਸਰਕਾਰੀ ਗੱਲਾਂ ਹੋਣਗੀਆਂ ਉਹ 'ਚ ਸਰਕਾਰ ਦੇ ਮੁਤਾਬਕ ਸੁਪਰੀਮ ਕੋਰਟ ਕੰਮ ਕਰਿਆ ਕਰੂਗੀ, ਸਰਕਾਰ ਦੀ ਬਿੱਲ ਚੱਲੂਗੀ ਜਾਂ ਇੰਡੀਪੈਂਡੈਂਟ ਜੁਡੀਸ਼ਰੀ ਇਹ ਬਰਕਰਾਰ ਰਹੂਗੀ। ਉਹ ਇਹ ਕਹਿ ਰਹੇ ਨੇ, ਹਾਲਾਂਕਿ ਬਹੁਤ ਬੜਾ ਕੁਐਸਚਨ ਹੈ ਜੁਡੀਸ਼ਰੀ ਦੇ ਮਾਮਲੇ 'ਚ। ਸਭ ਤੋਂ ਬੜੀ ਅਥਾਰਟੀ ਜੇ ਹੈ ਕੋਈ ਜੁਡੀਸ਼ੀਅਲ ਰਿਵਿਊ ਦੇ ਮਾਮਲੇ 'ਚ, ਇਹ ਦੋ ਕੋਰਟਾਂ ਨੂੰ ਹੈ ਹੁਣ ਤੱਕ ਜਿਹੜੀਆਂ ਕਿ ਇੰਡੀਪੈਂਡੈਂਟ ਕਰਦੀਆਂ ਆਈਆਂ ਨੇ, ਜਿਹਨੇ ਬਹੁਤ ਸਾਰੇ ਕਾਨੂੰਨ ਇੱਧਰ ਉੱਧਰ ਕੀਤੇ ਨੇ। ਹੁਣ ਉਹਦੀ ਡਿਟੇਲ ਕੀ ਹੈ ਤਾਂ ਜੇ ਆਊਗਾ, ਪਰ ਐਡੀਸ਼ਨਲ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਨਹੀਂ ਜੀ, ਸਰਕਾਰ ਦੀ ਇਹੋ ਜਿਹੀ ਕੋਈ ਮਨਸ਼ਾ ਨਹੀਂ ਹੈ। ਉਹ ਕਹਿੰਦੇ ਨੇ ਕੋਈ ਮਨਸ਼ਾ ਨਹੀਂ ਹੈ, ਪਰ ਆ ਕਾਗਜ਼ ਕੀ ਕਹਿੰਦਾ, ਮਤਲਬ ਇਹ ਤੁਸੀਂ ਦੇਖ ਲਓ। ਅੱਗੇ ਇਹਨਾਂ ਤੇ ਫਿਰ ਡਿਬੇਟ ਚੱਲਣੀ ਹੈ ਕਿ ਕੀ ਹੈ ਉਹ, ਜਿੰਨਾ ਚਿਰ ਜਦੋਂ ਸਾਰਾ ਡਾਕੂਮੈਂਟ ਬਾਹਰ ਹੋਊਗਾ ਕਿ ਉਹ ਹੈ ਕੀ ਲਿਖਿਆ, ਕੀ ਨਹੀਂ ਲਿਖਿਆ। ਸ਼ਾਇਦ ਅਗਲੇ ਦਿਨਾਂ ਦੀ ਇਹ ਬਹੁਤ ਦਿਲਚਸਪ ਡਿਬੇਟ ਹੋਏਗੀ ਔਰ ਬਹੁਤ ਬੜਾ ਮਾਮਲਾ ਹੋਏਗਾ। ਐਗਜ਼ੈਕਟਿਵ, ਵਿਧਾਨ ਪਾਲਿਕਾ ਤੇ ਨਿਆਂਪਾਲਿਕਾ ਦੇ ਵਿੱਚ ਜਿਹੜੇ ਸੰਵਿਧਾਨਕ ਤੌਰ ਦੇ ਉੱਤੇ ਤਾਕਤਾਂ ਦੀ ਵੰਡ ਹੈ, ਜਿਹੜੀਆਂ ਉਹਨਾਂ ਦੀ ਆਪਸ ਦੇ ਵਿੱਚ ਡਿਵੀਜ਼ਨ ਆਫ ਪਾਵਰ, ਉਹ ਕਿੱਥੇ ਜਾਂਦੀ ਹੈ, ਇਹਦੇ ਅੰਦਰ ਵੀ ਲੜਾਈ ਵੀ ਸ਼ੁਰੂ ਹੋ ਸਕਦੀ ਹੈ ਇਸ ਮਾਮਲੇ ਨਾਲ। ਜੀ ਸਰਦਾਰ ਜਗਤਾਰ ਸਿੰਘ ਜੀ, ਪਿਛਲੇ ਦਿਨਾਂ 'ਚ ਵੀ ਇੱਕ ਬਿੱਲ ਲਿਆਂਦਾ ਗਿਆ ਜਿਹਦੇ ਵਿੱਚ, ਕਿਉਂਕਿ ਜਦੋਂ ਤੁਸੀਂ ਸੰਵਿਧਾਨਕ ਪੋਸਟਾਂ ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਦੀ ਨਿਯੁਕਤੀ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਦੇ ਆਗੂ, ਪ੍ਰਧਾਨ ਮੰਤਰੀ ਔਰ ਤੀਜੇ ਮੁੱਖ ਜੱਜ ਨੇ ਹੋਇਆ ਕਰਨਾ ਸੀਗਾ, ਤੇ ਉਹਦੇ ਵਿੱਚੋਂ ਮੁੱਖ ਜੱਜ ਨੂੰ ਹਟਾ ਕੇ ਭਾਰਤ ਸਰਕਾਰ ਦੇ ਵਿੱਚੋਂ ਕੋਈ ਇੱਕ ਮੰਤਰੀ ਦੇ ਰੂਪ ਦੇ ਵਿੱਚ ਤੁਸੀਂ ਲਿਆਂਦੇ ਜਾਣ ਲਈ ਬਿੱਲ ਪੇਸ਼ ਕਰਤਾ ਸੀ। ਇੱਕ ਜਾਣੇ ਅਣਜਾਣੇ ਦੇ ਵਿੱਚ ਜਾਂ ਬੜੇ ਸੋਚੀ ਸਮਝੇ ਤਰੀਕੇ ਨਾਲ ਸਰਕਾਰ ਦੇ ਵਿੱਚ ਇੱਕ ਵੱਡੇ ਅਹੁਦੇ ਤੇ ਬੈਠੇ ਅਧਿਕਾਰੀ ਟਾਈਪ ਵਿਅਕਤੀ ਵੱਲੋਂ ਜਦੋਂ ਇਹ ਕਿਹਾ ਗਿਆ ਕਿ ਸੰਵਿਧਾਨ ਨੂੰ ਮੁੜ ਕੇ ਲਿਖੇ ਜਾਣ ਦੀ ਜ਼ਰੂਰਤ ਹੈ, ਭਾਵੇਂ ਉਹਦੇ ਨਾਲੋਂ ਕਿਨਾਰਾ ਕਰ ਲਿਆ ਗਿਆ ਸਰਕਾਰੀ ਅਦਾਰੇ ਵੱਲੋਂ, ਪਰ ਸਵਾਲ ਤਾਂ ਇਹ ਹੈ ਨਾ ਕਿ ਕੋਈ ਕਨਸੈਪਟ ਵੱਡੇ ਤੌਰ ਤੇ ਡਿਬੇਟ 'ਚ ਲਿਆਂਦਾ ਜਾਂਦਾ। ਸੋ ਇੱਕ ਟਿੱਪਣੀ ਲਾਸਟ, ਜਿਹੜੀ ਇਹੋ ਜਿਹੇ ਕਨਸੈਪਟ ਹੁੰਦੀਆਂ ਹੈ ਉਹ ਜਦੋਂ ਕਿਸੇ ਸਰਕਾਰੀ ਬੰਦੇ ਤੋਂ ਆਉਂਦੀਆਂ, ਉਹ ਕਹਿ ਦਿਓ ਵੀ ਠੀਕ ਹੈ ਸਰਕਾਰ ਦਾ ਇਹਦਾ ਕੋਈ ਤਾਲੁਕ ਨਹੀਂ, ਉਹ ਵੀ ਕਹਿ ਦਿੰਦਾ ਕਿ ਮੈਂ ਆਪਣੀ ਨਿੱਜੀ ਹੈਸੀਅਤ ਵਿੱਚ ਇਹ ਆਰਟੀਕਲ ਲਿਖਿਆ। ਉਹ ਅਲਟੀਮੇਟਲੀ ਜਿਹੜੀ ਥਾਟ ਪ੍ਰੋਸੈਸ ਹੈ ਨਾ, ਉਹ ਕਈ ਵਾਰੀ ਨਿੱਜੀ ਨਹੀਂ ਹੁੰਦਾ, ਉਹ ਸਰਕਾਰ ਦਾ ਥਾਟ ਪ੍ਰੋਸੈਸ ਹੁੰਦਾ ਹੈ। ਇਹ ਓਪਨ ਸੀਕ੍ਰੇਟ ਹੈ ਕਿ ਲਗਾਤਾਰ ਜਿਹੜੇ ਇੰਡੀਪੈਂਡੈਂਟ ਇੰਸਟੀਟਿਊਸ਼ਨਸ ਹੈਗੇ ਆ, ਇਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਤਾਂ ਉਹ ਕੋਲੈਪਸ ਕਰ ਰਹੇ ਆ ਹੌਲੀ ਹੌਲੀ, ਤੇ ਜਿਹੜੇ ਬੱਚੇ ਸੁਪਰੀਮ ਕੋਰਟ ਵਰਗੇ ਉਹ ਹੁਣ ਰਜਿਸਟ ਕਰ ਰਹੇ ਆ। ਉਹ ਜਿਹੜੇ ਰਜਿਸਟ ਕਰਨ ਦਾ ਪ੍ਰੋਸੈਸ ਹੈ ਨਾ, ਉਹਦੇ ਵਿੱਚੋਂ ਇਹ ਜਿਹੜਾ ਸਟੇਟਮੈਂਟ ਸੀਜੀਆਈ ਦੀ ਹੈਗੀ ਹੈ ਉਹ ਨਿਕਲ ਰਹੀ ਹੈ। ਸੋ ਇਹ ਇੱਕ ਸੋਚੀ ਸਮਝੀ ਇਹਨਾਂ ਦੀ ਪਲਾਨ ਹੈ ਕਿ ਜਿਹੜਾ ਇਹ ਆਪਣਾ ਪੋਲੀਟੀਕਲ ਏਜੰਡਾ ਲਾਗੂ ਕਰਨਾ ਚਾਹੁੰਦੇ ਹੈ ਤੇ ਉਹਦੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਤਾਂ ਉਹ ਰੁਕਾਵਟਾਂ ਖਤਮ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਇੰਸਟੀਟਿਊਸ਼ਨਸ ਹੈ ਇਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਨੇ ਕੋਸ਼ਿਸ਼ ਕਰਨੀ ਹੈ, ਇਹ ਦੇਖਣਾ ਕਿ ਹਿੰਦੁਸਤਾਨ ਦੇ ਲੋਕ ਉਹਨੂੰ ਰਿਵਰਟ ਕਿਵੇਂ ਕਰਦੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।